ਵਾਹਿਗੁਰੂ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰਿਓ ਕੋਈ। ਮਾਟੀ ਕਾ ਕਿਆ ਧੋਪੈ ਸੁਆਮੀ, ਮਾਨਸ ਕੀ ਗਤ ਏਹੀ। ਸੱਜਣ ਸੱਚਾ ਪਾਤਸ਼ਾਹ, ਸਿਰ ਸਾਹਾਂ ਦੇ ਸਾਹੋ। ਜਿਸ ਪਾਸ ਬੈਠਿਆ ਸੋਹੀਐ, ਸਭਨਾਂ ਦਾ ਵਿਸਾਹੋ। ਗਿਆਨ ਧਿਆਨ ਕਿਛੁ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੇਵ ਗੰਧਾਰੀ ਮਹੱਲਾ ਨੌਵਾਂ। ਸਭ ਕਿਛ ਜੀਵਤ ਕੋ ਵਿਵਹਾਰ, ਮਾਤ ਪਿਤਾ ਭਾਈ ਸੁਤ ਬੰਧਪ, ਆਰ ਪੁਨ ਗ੍ਰਹਿ ਕੀ ਨਾਰ। ਸਭ ਕਿਛ ਜੀਵਤ ਕੋ ਵਿਵਹਾਰ, ਮਾਤ ਪਿਤਾ ਭਾਈ ਸੁਤ ਬੰਧਪ, ਆਰ ਪੁਨ ਗ੍ਰਹਿ ਕੀ ਨਾਰ। ਰਹਾਉ ਤਨ ਤੇ ਪ੍ਰਾਨ ਹੋਤ ਜਬ ਨਿਆਰੇ, ਤੇਰਤ ਪ੍ਰੇਤ ਪੁਕਾਰ। ਆਦ ਕਰੀ ਕੋ ਨ ਰਾਖੈ, ਘਰ ਤੇ ਦੇਤ ਨਿਕਾਰ। ਮਿਰਗ ਤ੍ਰਿਸ਼ਨਾ ਜਿਉ ਜਗ ਰਚਨਾ, ਯਹ ਦੇਖੋ ਹਿਰਦੈ ਵਿਚਾਰ। ਕਹੋ ਨਾਨਕ ਭਜ ਰਾਮ ਨਾਮ, ਨਿਤ ਜਾਂਤੇ ਹੋਤ ਉਧਾਰ। ਮਿਰਗ ਤ੍ਰਿਸ਼ਨਾ ਜਿਉ ਜਗ ਰਚਨਾ, ਯਹ ਦੇਖੋ ਹਿਰਦੈ ਵਿਚਾਰ। ਕਹੋ ਨਾਨਕ ਭਜ ਰਾਮ ਨਾਮ, ਨਿਤ ਜਾਂਤੇ ਹੋਤ ਉਧਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਚੌਰ
70 ਤਖਤ ਦੇ ਮਾਲਿਕ, ਉਹਨਾਂ ਦੀ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਜਿੰਨੇ ਵੀ ਗੁਰਮੁਖ ਪਿਆਰੇ ਸਿੱਖ ਸੰਗਤਾਂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਉਹਨਾਂ ਦੀ ਮੁਬਾਰਕ ਰਚਨਾ ਤੋਂ ਉਚਾਰਨ ਕੀਤੀ ਹੋਈ ਅੰਮ੍ਰਿਤਮਈ ਬਾਣੀ ਆਪਾਂ ਲੜੀਵਾਰ ਸਤਿਗੁਰਾਂ ਦੇ 59 ਜਿਹੜੇ ਸ਼ਬਦ ਨੇ ਉਹਨਾਂ ਦੀ ਵਿਚਾਰ ਕਰ ਰਹੇ ਹਾਂ। ਅੱਜ ਜੋ ਆਪ ਜੀ ਸਿੱਖ ਸੰਗਤਾਂ ਨੇ ਦੇਵ ਗੰਧਾਰੀ ਰਾਗ ਦੇ ਅੰਦਰ ਜੋ ਸਤਿਗੁਰਾਂ ਦਾ ਦੂਸਰਾ ਸ਼ਬਦ ਹੈ ਉਸ ਦਾ ਪਾਠ ਸਰਵਣ ਕੀਤਾ ਹੈ। ਰੋਜ਼ਾਨਾ ਦੀ ਤਰ੍ਹਾਂ ਪਹਿਲਾਂ ਅੱਖਰੀ ਅਰਥ, ਉਸ ਤੋਂ ਬਾਅਦ ਤੁਕ ਦੇ ਭਾਵ ਅਰਥ ਕੀ ਨੇ, ਫਿਰ ਸਮੇਂ ਦੇ ਅਨੁਸਾਰ ਗੁਰਬਾਣੀ ਦੇ ਵਿੱਚੋਂ ਪ੍ਰਮਾਣ। ਅੱਜ ਸਤਿਗੁਰ ਜੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੋ ਅੱਜ ਜਗਿਆਸੂ ਨੂੰ ਇਸ ਸ਼ਬਦ ਦੇ ਵਿੱਚ ਸਮਝਾਉਣਾ ਕਰਦੇ ਨੇ। ਕਿਉਂ? ਰਾਗ ਦੇਵ ਗੰਧਾਰੀ ਹੈ, ਮਹੱਲਾ 9ਵਾਂ, ਭਾਵ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਮੁਖਾਰ ਬਿੰਦ ਤੋਂ ਉਚਾਰਨ ਕੀਤਾ ਹੋਇਆ ਇਹ ਸ਼ਬਦ ਹੈ। ਰਹਾਉ ਦੀ ਤੁਕ ਹੈ ਸਤਿਗੁਰਾਂ ਦੀ। ਸਤਿਗੁਰ ਫਰਮਾਨ ਕਰਦੇ ਨੇ, ਸਭ ਕਿਛ ਜੀਵਤ ਕੋ ਵਿਵਹਾਰ। ਵਿਵਹਾਰ ਦਾ ਅਖਰੀ ਅਰਥ ਆਪਾਂ ਸਮਝਦੇ ਹਾਂ ਵੀ ਜਿਉਂਦੇ ਜੀ ਸਾਡਾ ਸੰਸਾਰ ਦੇ ਵਿੱਚ ਮਿਲ ਵਰਤਨ ਹੈ, ਵਿਹਾਰ ਹੈ ਜੋ ਚੱਲ ਰਿਹਾ ਸਾਡਾ। ਸਤਿਗੁਰ ਜੀ ਬਚਨ ਕਰਦੇ ਨੇ ਵੀ ਇਹ ਸਾਰਾ ਕੁਝ ਜੀਂਦੇ ਜੀ ਹੈ। ਜੀਵਤ ਕੋ, ਜੀਵਤ ਦਾ ਅਖਰੀ ਅਰਥ ਹੈ ਜਿਉਂਦੇ ਜੀ, ਤੇ ਸਭ ਕੁਝ ਆਪਾਂ ਸ਼ਬਦ ਵਰਤਦੇ ਹਾਂ ਵੀ ਬਹੁਤ ਕੁਛ ਦੀ ਸੀਮਾ ਹੈ, ਪਰ ਸਭ ਕੁਛ ਦੀ ਕੋਈ ਸੀਮਾ ਨਹੀਂ ਹੈ। ਜਿੰਨੇ ਦਿਨ ਮਰਜੀ ਵਿਚਾਰ ਕਰੀ ਚੱਲੋ। ਸਤਿਗੁਰਾਂ ਦਾ ਬਚਨ ਹੈ, ਸਭ ਕੁਛ ਜੀਵਤ ਕੋ ਵਿਵਹਾਰ। ਕਿਹਦੇ ਨਾਲ? ਅੱਗੇ ਫਿਰ ਸਤਿਗੁਰ ਜੀ ਸਮਝਾਉਣਾ ਕਰਦੇ ਨੇ, ਮਾਤ ਪਿਤਾ ਭਾਈ ਸੁਤ ਬੰਧਪ। ਮਾਤ ਦਾ ਅਰਥ ਹੈ ਮਾਤਾ, ਪਿਤਾ ਦਾ ਅਰਥ ਹੈ ਪਿਓ। ਆਪਾਂ ਕਹਿ ਲਈਏ ਪਿਤਾ ਸਤਿਗੁਰ ਜੀ ਵਰਤ ਰਹੇ ਨੇ, ਮਾਤਾ ਤੇ ਪਿਤਾ। ਭਾਈ ਦਾ ਅਰਥ ਹੈ ਭਰਾ, ਸੁਤ ਦਾ ਅਰਥ ਹੈ ਪੁੱਤਰ, ਬੰਧਪ ਦਾ ਅਰਥ ਹੈ ਰਿਸ਼ਤੇਦਾਰ ਤੇ ਮਿੱਤਰ। ਸਤਿਗੁਰ ਜੀ ਕਹਿੰਦੇ ਜੀਂਦਿਆਂ ਜੀ ਮਨੁੱਖ ਦਾ ਮਾਤਾ ਪਿਤਾ, ਭੈਣ ਭਰਾਵਾਂ, ਪੁੱਤਰਾਂ ਤੇ ਰਿਸ਼ਤੇਦਾਰਾਂ ਦੇ ਨਾਲ ਜਿਹੜਾ ਮਿਲ ਵਰਤਨ ਹੈ ਉਹ ਸਿਰਫ ਜਿਉਂਦੇ ਜੀ ਹੈ। ਫਿਰ ਸਤਿਗੁਰ ਜੀ ਫਰਮਾਨ ਕਰਦੇ ਨੇ, ਆਰਫਨ ਗ੍ਰਹਿ ਕੀ ਨਾਰ। ਗ੍ਰਹਿ ਕੀ ਨਾਰ ਦਾ ਅਖਰੀ ਅਰਥ ਹੈ ਆਪਾਂ ਪਤਨੀ ਕਹਿ ਲਈਏ, ਘਰ ਦੀ ਇਸਤਰੀ ਕਹਿ ਲਈਏ। ਸਤਿਗੁਰ ਜੀ ਕਹਿੰਦੇ ਉਸ ਤੋਂ ਬਾਅਦ ਜਿਹੜੀ ਘਰ ਦੀ ਇਸਤਰੀ ਹੈ, ਪਤੀ ਹੈ, ਇਹ ਜਿੰਨੇ ਵੀ ਭੈਣ ਭਰਾ, ਰਿਸ਼ਤੇਦਾਰ, ਮਿੱਤਰ, ਮਾਤਾ ਪਿਤਾ, ਘਰ ਦੀ ਨਾਰ, ਸਤਿਗੁਰ ਜੀ ਕਹਿੰਦੇ ਇਹਨਾਂ ਦੇ ਨਾਲ ਜਿਹੜਾ ਸਾਡਾ ਮਿਲ ਵਰਤਨ ਹੈ, ਮੇਲ ਜੋੜ ਹੈ, ਸਿਰਫ ਜੀਂਦੇ ਜੀ ਹੈ। ਜਦੋਂ ਬੰਦਾ ਇਸ ਤਨ ਦੇ ਵਿੱਚੋਂ, ਇਸ ਕਾਇਆ ਦੇ ਵਿੱਚੋਂ ਜੀਵ ਆਤਮਾ ਚਲੀ ਜਾਂਦੀ ਹੈ, ਸਤਿਗੁਰ ਜੀ ਕਹਿੰਦੇ ਫਿਰ ਇਹਦੇ ਨਾਲ ਕੋਈ ਮਿਲਾਪ ਨਹੀਂ, ਇਹਨੂੰ ਸਾਰੇ ਮਰ ਗਿਆ, ਗੁਜ਼ਰ ਗਿਆ ਕਹਿ ਕੇ ਕਹਿੰਦੇ ਇਹਨੂੰ ਫੂਕ ਦਿੰਦੇ ਨੇ। ਕਿਉਂ? ਇਹ ਤਨ ਹੈ ਜਿਹੜਾ ਸਾਡਾ, ਇਹ ਮਿੱਟੀ ਬਣ ਜਾਂਦਾ ਹੈ, ਜਾਂ ਫਿਰ ਇਹਨੂੰ ਧਰਮ ਦੇ ਅਨੁਸਾਰ ਸਾੜ ਦਿੱਤਾ ਜਾਂਦਾ, ਜਲ ਪ੍ਰਵਾਹ ਕਰ ਦਿੱਤਾ ਜਾਂਦਾ, ਦਫਨਾ ਦਿੱਤਾ ਜਾਂਦਾ। ਰਹਾਉ ਦੀ ਤੁਕ ਹੈ, ਮੈਂ ਇੱਕ ਵਾਰੀ ਫਿਰ ਰਿਪੀਟ ਕਰਦਾ ਜੋ ਸਤਿਗੁਰ ਜੀ ਸਾਨੂੰ ਸਮਝਾਉਂਦੇ ਨੇ, ਸਭ ਕਿਸ ਜੀਵਤ ਕੋ ਵਿਵਹਾਰ। ਵੀ ਜਿਉਂਦਿਆਂ ਜੀ ਹੀ ਸਾਡਾ ਸਾਰਿਆਂ ਦੇ ਨਾਲ ਮਿਲ ਵਰਤਨ ਹੈ,
ਚਾਹੇ ਉਹ ਸਾਡੇ ਮਾਤਾ ਪਿਤਾ ਨੇ, ਚਾਹੇ ਉਹ ਸਾਡੇ ਭੈਣ ਭਰਾ ਨੇ, ਚਾਹੇ ਸਾਡਾ ਉਹ ਪੁੱਤਰ ਹੈ, ਚਾਹੇ ਸਾਡੇ ਉਹ ਰਿਸ਼ਤੇਦਾਰ ਮਿੱਤਰ ਦੋਸਤ ਨੇ, ਚਾਹੇ ਉਹ ਘਰ ਦੀ ਪਤਨੀ ਹੈ, ਘਰ ਦੀ ਨਾਰ ਹੈ। ਸਤਿਗੁਰੂ ਜੀ ਕਹਿੰਦੇ ਸਾਰਿਆਂ ਦੇ ਨਾਲ ਜਿਹੜਾ ਵਿਵਹਾਰ ਹੈ, ਮਿਲ ਵਰਤਨ ਹੈ, ਉਹ ਜਿਉਂਦੇ ਜੀ ਹੈ। ਹੁਣ ਆਪਾਂ ਇਸ ਤੁਕ ਦਾ ਜੋ ਪ੍ਰਮਾਣ ਨੇ, ਜੋ ਗੁਰਬਾਣੀ ਦੇ ਵਿੱਚ ਸਤਿਗੁਰੂ ਜੀ ਸਾਨੂੰ ਸਮਝਾਉਣਾ ਕਰਦੇ ਨੇ, ਇੱਕ ਸਤਿਗੁਰਾਂ ਦਾ ਸ਼ਬਦ ਹੈ ਪੰਚਮ ਪਾਤਸ਼ਾਹ ਜੀ ਦਾ। ਸਤਿਗੁਰੂ ਜੀ ਕਹਿੰਦੇ ਜਿੰਨਾ ਚਿਰ ਇਸ ਸਰੀਰ ਦੇ ਵਿੱਚ, ਇਸ ਕਾਇਆ ਦੇ ਵਿੱਚ ਕਹਿੰਦੇ ਜੀਵ ਆਤਮਾ ਹੈ, ਉਹਨਾਂ ਚਿਰ ਇਹ ਕਾਇਆ ਜਿਹੜੀ ਨਾ ਬੰਦਾ ਇਹਨੂੰ ਸੰਸਾਰ ਜੀ ਆਇਆ ਕਰਦਾ ਹੈ, ਬੁਲਾਉਂਦਾ ਹੈ। ਕਹਿੰਦੇ ਜਿਸ ਦਿਨ ਇਸ ਕਾਇਆ ਦੇ ਵਿੱਚੋਂ ਜੀਵ ਆਤਮਾ ਨਿਕਲ ਜਾਂਦੀ ਹੈ, ਕਹਿੰਦੇ ਉਹ ਕਾਇਆ ਮਿੱਟੀ ਦੀ ਢੇਰੀ ਹੋ ਜਾਂਦੀ ਹੈ, ਇੱਕ ਦਿਨ ਖਾਕ ਦੇ ਵਿੱਚ ਮਿਲ ਜਾਂਦੀ ਹੈ। ਪਰ ਰਹਾਉ ਦੀਆਂ ਤੁਕਾਂ ਨੇ ਸਤਿਗੁਰਾਂ ਦੀਆਂ, ਕਹਿੰਦੇ ਅਸੀਂ ਉਹਨੂੰ ਧਨਤਾ ਯੋਗ ਮੰਨਦੇ ਹਾਂ, ਉਸ ਕਾਇਆ ਨੂੰ, ਉਸ ਘਰ ਨੂੰ ਜਿਹਦੇ ਵਿੱਚ ਪਰਮਾਤਮਾ ਦਾ ਨਾਮ ਟਿਕ ਜਾਂਦਾ ਹੈ। ਧਨ ਉਹ ਥਾਨ ਹੈ, ਭਾਵ ਧਨ ਉਹ ਸਰੀਰ ਹੈ ਜਿਹਦੇ ਵਿੱਚ ਪਰਮਾਤਮਾ ਦਾ ਨਾਮ ਵਸ ਗਿਆ। ਪੰਚਮ ਪਾਤਸ਼ਾਹ ਜੀ ਦਾ ਇਹ ਸ਼ਬਦ ਹੈ ਜਿਹਦਾ ਆਪਾਂ ਪ੍ਰਮਾਣ ਗੁਰਬਾਣੀ ਦੇ ਵਿੱਚੋਂ ਲੈ ਰਿਹਾ। 4-5 ਆਪਾਂ ਨੇ ਸ਼ਬਦ ਲੈਣੇ ਨੇ ਅੱਜ ਜੋ ਗੁਰਬਾਣੀ ਦੇ ਵਿੱਚ ਪ੍ਰਮਾਣ ਨੇ। ਸਤਿਗੁਰਾਂ ਦਾ ਬਚਨ ਹੈ, ਤਿਚਰ ਵਸਹਿ ਸੁਹੇਲੜੀ, ਜਿਚਰ ਸਾਥੀ ਨਾਲ, ਜਾਂ ਸਾਥੀ ਉਠੀ ਚੱਲਿਆ, ਤਾਂ ਧਨ ਖਾਕੂਰਾਲ। ਪੰਚਮ ਪਾਤਸ਼ਾਹ ਜੀ ਕਹਿੰਦੇ ਉਹਨਾਂ ਚਿਰ ਇਹ ਕਾਇਆ ਹੈ, ਜਿੰਨਾ ਚਿਰ ਇਹਦੇ ਅੰਦਰ ਜੀਵ ਆਤਮਾ ਇਹਦਾ ਸਾਥੀ ਹੈ। ਤਿਚਰ ਵਸੈ ਸੁਹੇਲੀਓ, ਉਹਨਾਂ ਚਿਰ ਇਹ ਸੰਸਾਰ ਤੇ ਵਸੇਗੀ। ਜਿਚਰ ਸਾਥੀ ਨਾਲ, ਜਿੰਨਾ ਚਿਰ ਜੀਵ ਆਤਮਾ ਹੈ, ਬੰਦਾ ਮੰਜੇ ਤੇ ਪਿਆ ਬਿਮਾਰ ਹੋਵੇ, ਭਾਵੇਂ ਕੌਮਾਂ ਦੇ ਵਿੱਚ ਹੋਵੇ, ਪਰ ਉਹਨਾਂ ਚਿਰ ਉਹਨੂੰ ਮ੍ਰਿਤਕ ਘੋਸ਼ਿਤ ਨਹੀਂ ਕੀਤਾ ਜਾਂਦਾ, ਨਾ ਹੀ ਉਹਨੂੰ ਸਾੜਿਆ ਜਾਂਦਾ, ਨਾ ਦਫਨਾਇਆ ਜਾਂਦਾ, ਨਾ ਜਲ ਪ੍ਰਵਾਹ ਕੀਤਾ ਜਾਂਦਾ। ਭਾਵੇਂ ਬੋਲਦਾ ਜਾਂ ਨਹੀਂ ਬੋਲਦਾ, ਖਾਂਦਾ ਜਾਂ ਨਹੀਂ ਪੀਂਦਾ ਕੁਛ, ਪਰ ਉਸ ਬੰਦੇ ਦੀ ਜਿਹੜੀ ਅੰਦਰ ਆਤਮਾ ਹੈ, ਭਾਵ ਸਵਾਸ ਚੱਲ ਰਹੇ ਨੇ, ਜਿੰਨਾ ਚਿਰ ਜੀਵਨ ਸਾਥੀ ਉਹਦੇ ਨਾਲ ਹੈ, ਉਹਨਾਂ ਚਿਰ ਉਹਦੀ ਕਦਰ ਹੈ। ਸਤਿਗੁਰੂ ਜੀ ਕਹਿੰਦੇ ਜਾਂ ਸਾਥੀ ਉਠੀ ਚੱਲਿਆ, ਤਾਂ ਧਨ ਖਾਕੂਰਾਲ। ਕਹਿੰਦੇ ਜਦੋਂ ਜੀਵ ਆਤਮਾ ਇਸ ਕਾਇਆ ਦੇ ਵਿੱਚੋਂ ਨਿਕਲ ਗਈ, ਭੌਰ ਉਡਾਰੀ ਮਾਰ ਗਿਆ, ਕਹਿੰਦੇ ਇਹ ਮਿੱਟੀ ਦੀ ਢੇਰੀ ਹੈ, ਇਹਦੇ ਚੱਕ ਕੇ ਇਹਨੂੰ ਫੂਕ ਦਿੱਤਾ ਜਾਂਦਾ, ਦਫਨਾ ਦਿੱਤਾ ਜਾਂਦਾ। ਫਿਰ ਰਹਾਉ ਦੀ ਤੁਕ ਦੇ ਵਿੱਚ ਸਤਿਗੁਰੂ ਜੀ ਬਚਨ ਕਰਦੇ ਨੇ ਵੀ ਸਾਰਾ ਕੁਝ ਇਸ ਸੰਸਾਰ ਤੇ ਛੱਡ ਕੇ ਚਲਾ ਜਾਂਦਾ ਬੰਦਾ, ਪਰ ਜਿਹਦੇ ਮਨ ਦੇ ਵਿੱਚ ਪਰਮਾਤਮਾ ਦੇ ਪ੍ਰਤੀ ਵੈਰਾਗ ਪੈਦਾ ਹੋ ਗਿਆ, ਧਨ ਉਹ ਸਰੀਰ ਹੈ, ਉਹ ਸਰੀਰ ਧਨਤਾ ਦੇ ਯੋਗ ਹੈ। ਮਨ ਵੈਰਾਗ ਪਿਆ, ਦਰਸ਼ਨ ਦੇਖਣੇ ਕਾ ਚਾਓ, ਧਨ ਸੋ ਤੇਰਾ ਥਾਨ ਰਹਾਉ। ਇਹ ਤੁਕ ਹੈ ਰਹਾਉ ਦੀ। ਆਪਾਂ ਕਿਉਂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੀ ਰਹਾਉ ਦੀ ਤੁਕ ਦਾ ਪ੍ਰਮਾਣ ਗੁਰਬਾਣੀ ਦੇ ਵਿੱਚੋਂ ਦੇਖ ਰਹੇ ਹਾਂ, ਜਿਹਦੇ ਵਿੱਚ ਸਤਿਗੁਰੂ ਜੀ ਬਚਨ ਕਰਦੇ ਨੇ ਵੀ ਮਾਤਾ ਪਿਤਾ ਭੈਣ ਭਰਾ ਰਿਸ਼ਤੇਦਾਰ ਸਾਕ ਸੰਬੰਧੀ ਇਸਤਰੀ ਸਾਰਿਆਂ ਦਾ ਸਾਡੇ ਨਾਲ ਜੀਂਦੇ ਜੀ ਵਿਹਾਰ ਹੈ, ਜੀਂਦੇ ਜੀ ਮੇਲ ਜੋਲ ਹੈ। ਸਤਿਗੁਰੂ ਜੀ ਕਹਿੰਦੇ ਮਨ ਵੈਰਾਗ ਪਿਆ, ਜਿਹਦਾ ਮਨ ਸਤਿਗੁਰੂ ਦੇ ਚਰਨਾਂ ਦਾ ਵੈਰਾਗ ਕਰਨ ਲੱਗ ਪਿਆ, ਨਾਮ ਵਸ ਗਿਆ, ਦਰਸ਼ਨ ਦੇਖਣੇ ਕਾ ਚਾਉ, ਜਿਹਨੂੰ ਪਰਮਾਤਮਾ ਦੇ ਦਰਸ਼ਨ ਕਰਨ ਦਾ ਅੰਦਰ ਚਾਉ ਪੈਦਾ ਹੋ ਗਿਆ, ਧਨ ਸੋ ਤੇਰਾ ਥਾਨ, ਉਹ ਸਰੀਰ ਧਨਤਾ ਦੇ ਯੋਗ ਹੈ। ਇੱਥੇ ਥਾਨ ਸ਼ਬਦ ਵਰਤਿਆ ਸਰੀਰ ਵਾਸਤੇ, ਉਹ ਸਰੀਰ ਧਨਤਾ ਦੇ ਯੋਗ ਹੈ। ਅੱਗੇ ਫਿਰ ਸਤਿਗੁਰੂ ਜੀ ਬਚਨ ਕਰਦੇ ਨੇ, ਜਿਚਰ ਵਸਿਆ ਕੰਤ ਘਰ, ਜਿਉ ਜਿਉ ਸਭ ਕਹਾਤ। ਕਹਿੰਦੇ ਜਿੰਨਾ ਚਿਰ ਇਸ ਜੀਵ ਆਤਮਾ ਦੇ ਵਿੱਚ ਕਾਇਆ ਦੇ ਅੰਦਰ ਹੈ,
ਉਹਨਾਂ ਚਿਰ ਸਾਰੇ ਜੀਓ ਜੀਓ ਕਹਿ ਕੇ ਬੁਲਾਉਂਦੇ ਨੇ। ਪਰ ਸਤਿਗੁਰੂ ਜੀ ਕਹਿੰਦੇ ਜਦੋਂ ਇਹ ਜੀਵ ਆਤਮਾ ਸਰੀਰ ਦੇ ਵਿੱਚੋਂ ਨਿਕਲ ਜਾਂਦੀ ਹੈ, ਤਨ ਦੇ ਵਿੱਚੋਂ ਨਿਕਲ ਜਾਂਦੀ ਹੈ, ਸਤਿਗੁਰੂ ਜੀ ਕਹਿੰਦੇ ਜਾਂ ਉਠ ਚੱਲੀ ਕਾਂਤੜਾ ਤਾਂ ਕੋਈ ਨਾ ਪੁੱਛੈ ਬਾਤ। ਕਹਿੰਦੇ ਜਦੋਂ ਦੇਖੋ ਇੱਥੇ ਪਤੀ ਤੇ ਪਤਨੀ ਦਾ ਰਿਸ਼ਤਾ, ਕਾਇਆ ਨੂੰ ਪਤਨੀ ਤੇ ਜੀਵ ਆਤਮਾ ਨੂੰ ਪਤੀ ਕਹਿ ਕੇ ਸੰਬੋਧਨ ਕੀਤਾ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ। ਕਹਿੰਦੇ ਜਦੋਂ ਇਸ ਸਰੀਰ ਦੇ ਵਿੱਚੋਂ ਜਾਂ ਉਠੀ ਚੱਲ ਸੀ ਕਾਂਤੜਾ, ਜਦੋਂ ਇਹਦੇ ਵਿੱਚੋਂ ਪਤੀ ਜੀਵ ਆਤਮਾ ਉੱਠ ਗਿਆ, ਚਲਾ ਗਿਆ, ਕਹਿੰਦੇ ਤਾਂ ਕੋਈ ਨਾ ਪੁੱਛੇ ਤੇਰੀ ਬਾਤ। ਕਹਿੰਦੇ ਫਿਰ ਤੇਰੀ ਕੋਈ ਬਾਤ ਨਹੀਂ ਪੁੱਛਦਾ, ਕਿਉਂ? ਫਿਰ ਤੂੰ ਮਿੱਟੀ ਦੀ ਢੇਰੀ ਹੋ ਗਿਆ। ਸਤਿਗੁਰੂ ਜੀ ਕਹਿੰਦੇ ਇੱਕ ਕੰਮ ਕਰ। ਗੁਰਬਾਣੀ ਦੇ ਵਿੱਚ ਇਨਸਾਨ ਨੂੰ, ਜੀਵ ਨੂੰ ਨਿਰਾਸ਼ ਨਹੀਂ ਹੋਣ ਦਿੱਤਾ ਗਿਆ। ਹੁਣ ਆਪਾਂ ਜਿੰਨੇ ਵੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਸ਼ਬਦਾਂ ਦੀ ਵਿਚਾਰ ਕੀਤੀ ਹੈ, ਅਖੀਰਲੀ ਤੁਕ ਦੇ ਵਿੱਚ ਮਨੁੱਖ ਨੂੰ ਚੜ੍ਹਦੀ ਕਲਾ ਦੇ ਵਿੱਚ ਲੈ ਜਾਂਦੇ ਨੇ। ਹੁਣ ਇੱਥੇ ਜੀਵ ਆਤਮਾ ਦੀ ਗੱਲ ਕਰਦੇ ਨੇ ਵੀ ਨਿਕਲ ਗਈ ਇਹ ਸਰੀਰ, ਕਾਇਆ ਹੈ, ਮਿੱਟੀ ਹੋ ਜਾਂਦਾ ਹੈ, ਇਹਦੀ ਕੋਈ ਗੱਲ ਨਹੀਂ ਪੁੱਛਦਾ। ਜਿੰਨਾ ਚਿਰ ਆਤਮਾ ਹੈ ਇਹਦੇ ਅੰਦਰ ਸਾਰੇ ਜੀਓ ਜੀਓ ਕਹਿ ਕੇ ਪੁਕਾਰਦੇ ਨੇ। ਪਰ ਤੂੰ ਇੱਕ ਕੰਮ ਕਰ, ਸਾਰਾ ਕੁਝ ਇੱਥੇ ਰਹਿ ਜਾਣਾ ਹੈ, ਕਿਸੇ ਨੇ ਤੇਰੇ ਨਾਲ ਨਹੀਂ ਜਾਣਾ। ਕਹਿੰਦੇ ਇੱਕ ਪਰਮਾਤਮਾ ਦਾ ਨਾਮ ਜਪ। ਅਖੀਰਲੀ ਤੁਕ ਦੇ ਵਿੱਚ ਸਤਿਗੁਰੂ ਜੀ ਫਰਮਾਨ ਕਰਦੇ ਨੇ, ਪਈੜੇ ਸੋ ਸੇਵ ਤੂੰ ਸਹਰੜੇ ਸੁਖ ਵਸ। ਕਿਉਂ? ਸਤਿਗੁਰਾਂ ਨੇ ਇਹਨੂੰ ਪੇਕੇ ਘਰ ਦੱਸਿਆ। ਮਨੁੱਖ ਦਾ ਰਿਸ਼ਤਾ ਜਿਹੜਾ ਪਰਮਾਤਮਾ ਦੇ ਨਾਲ ਹੈ ਉਹ ਪਤੀ ਤੇ ਪਤਨੀ ਵਾਲਾ ਹੈ। ਪਰਮਾਤਮਾ ਪ੍ਰਭੂ ਪਤੀ ਹੈ। ਇਹ ਜਿੰਨੇ ਵੀ ਜੀਵ ਨੇ ਇਸ ਧਰਤੀ ਦੇ ਉੱਪਰ ਉਹ ਪਤਨੀ ਰੂਪ ਨੇ। ਕਹਿੰਦੇ ਇੱਕ ਦਿਨ ਸਾਰਿਆਂ ਨੇ ਇਸ ਪੇਕੇ ਘਰ ਤੋਂ ਸਹੁਰੇ ਘਰ ਜ਼ਰੂਰ ਜਾਣਾ। ਕਹਿੰਦੇ ਤੂੰ ਇੱਕ ਕੰਮ ਕਰ, ਉਸ ਪਰਮਾਤਮਾ ਦੇ ਨਾਮ ਨੂੰ ਜਪ, ਜਿਹੜਾ ਤੇਰੇ ਪੇਕੇ ਘਰ ਤੋਂ ਸਹੁਰੇ ਘਰ ਭਾਵ ਉਸ ਪਰਮਾਤਮਾ ਦੀ ਦਰਗਾਹ ਦੇ ਵਿੱਚ ਨਾਲ ਜਾਊਗਾ। ਬਾਕੀ ਸਾਰਾ ਕੁਝ, ਧੀਆਂ ਪੁੱਤਰ, ਘਰ ਵਾਰ, ਧਨ ਦੌਲਤ, ਸਾਰਾ ਕੁਝ ਇੱਥੇ ਛੱਡ ਕੇ ਚਲੇ ਜਾਣਾ ਮਨੁੱਖ। ਸਤਿਗੁਰੂ ਜੀ ਕਹਿੰਦੇ ਪਈੜੇ ਸੋ ਸੇਵ ਤੂੰ ਸਹੁਰੜੇ ਸੁਖ ਵਸ। ਭਾਵ ਤੂੰ ਪੇਕੇ ਕਰ ਉਸ ਪਰਮਾਤਮਾ ਪ੍ਰਭੂ ਦਾ ਨਾਮ ਸਿਮਰਨਾ ਕਰ, ਤਾਂ ਕਿ ਤੈਨੂੰ ਸਹੁਰੇ ਘਰ ਉਸ ਪਰਮਾਤਮਾ ਦੀ ਦਰਗਾਹ ਦੇ ਵਿੱਚ ਸੁੱਖ ਮਿਲੇ। ਗੁਰ ਮਿਲ ਚੱਜ ਆਚਾਰ ਸਿੱਖ। ਗੁਰੂ ਦੇ ਨਾਲ ਮਿਲ ਕੇ ਇੱਥੇ ਆਪਣਾ ਵਿਵਹਾਰ, ਆਪਣਾ ਆਚਰਣ ਉਹ ਤੂੰ ਬਣਾ ਲਾ। ਸਤਿਗੁਰੂ ਜੀ ਕਹਿੰਦੇ ਤੁਧ ਕਦੇ ਨਾ ਲੱਗੇ ਦੁੱਖ, ਤੈਨੂੰ ਕਦੇ ਦੁੱਖ ਹੋ ਨਹੀਂ ਸਕਦਾ। ਇਹ ਸਤਿਗੁਰਾਂ ਦਾ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਇੱਕ ਬਚਨ ਸੀ ਵੀ ਜਦੋਂ ਇਸ ਕਾਇਆ ਦੇ ਵਿੱਚੋਂ ਜੀਵ ਰੂਪੀ ਆਤਮਾ ਨਿਕਲ ਜਾਂਦੀ ਹੈ, ਇਹ ਮਿੱਟੀ ਦੀ ਢੇਰੀ ਹੋ ਜਾਂਦਾ, ਇਹਨੂੰ ਦਫਨਾ ਦਿੱਤਾ ਜਾਂਦਾ, ਧਰਮ ਦੇ ਅਨੁਸਾਰ ਇਹਦਾ ਕਿਰਿਆ ਕਰਮ ਕੀਤਾ ਜਾਂਦਾ, ਇਹਨੂੰ ਸਾੜ ਦਿੱਤਾ ਜਾਂਦਾ, ਇਹਨੂੰ ਜਲ ਪ੍ਰਵਾਹ ਕਰ ਦਿੱਤਾ ਜਾਂਦਾ ਹੈ। ਜਿੰਨਾ ਚਿਰ ਜੀਵ ਆਤਮਾ ਤੇਰੇ ਸਰੀਰ ਦੇ ਵਿੱਚ ਹੈ ਉਹਨਾਂ ਚਿਰ ਤੈਨੂੰ ਸਾਰੇ ਜੀਓ ਜੀਓ ਕਹਿ ਕੇ ਬੁਲਾਉਣਗੇ। ਜਿੱਦਣ ਇਹ ਜੀਵ ਆਤਮਾ ਚਲੇਗੀ ਇਸ ਤਨ ਦੇ ਵਿੱਚੋਂ, ਕਿਸੇ ਨੇ ਤੇਰੀ ਬਾਤ ਨਹੀਂ ਪੁੱਛਣੀ। ਇੱਕ ਕੰਮ ਕਰ, ਤੂੰ ਉਸ ਪਰਮਾਤਮਾ ਦੇ ਨਾਮ ਨੂੰ ਆਪਣੇ ਹਿਰਦੇ ਦੇ ਵਿੱਚ ਵਸਾ ਲੈ, ਇੱਥੇ ਵੀ ਸੁਖੀ ਤੇ ਉੱਥੇ ਵੀ ਸੁਖੀ। ਹੁਣ ਸਾਡੇ ਮਨ ਦੇ ਵਿੱਚ ਆਊਗਾ ਵੀ ਅੱਗੇ ਕਿਹਨੇ ਦੇਖਿਆ, ਅੱਗੇ ਕੀ ਨਾ ਦੇਖਿਆ ਵੀ ਲੋਕ ਦੇ ਵਿੱਚ ਸੁਖੀ ਜਾਂ ਪਰਲੋਕ ਦੇ ਵਿੱਚ ਕੀ। ਸਾਡੇ ਆਮ ਮੂੰਹ ਤੇ ਜ਼ੁਬਾਨ ਤੇ ਇਹ ਗੱਲ ਹੈ, ਪਰ ਜਿਹਨੂੰ ਅਸੀਂ ਨਮਸਕਾਰ ਕਰਦੇ ਹਾਂ, ਗੁਰੂ ਰਾਮਦਾਸ ਪਾਤਸ਼ਾਹ ਜੀ ਕਹਿੰਦੇ ਮੈਂ ਦੇਖਿਆ, ਤੂੰ ਦੇਖਣ ਦੀ ਕੋਸ਼ਿਸ਼ ਨਾ ਕਰ, ਚਿੰਤਾ ਨਾ ਕਰ। ਤੂੰ ਮੈਨੂੰ ਮੱਥਾ ਟੇਕ ਦਿੱਤਾ, ਜਦੋਂ ਤੈਨੂੰ ਮੈਂ ਕਹਿ ਦਿੱਤਾ ਵੀ ਦਰਗਾਹ ਦੇ ਵਿੱਚ ਨਾਮ ਤੇਰੇ ਨਾਮ ਨਾਲ ਖੜਾ ਹੋ। ਸਤਿਗੁਰੂ ਜੀ ਕਹਿੰਦੇ ਫਿਰ ਤੈਨੂੰ ਕਾਹਦਾ ਫਿਕਰ ਹੈ। ਸਤਿਗੁਰਾਂ ਦਾ ਵਚਨ ਹੈ, ਹਰ ਕੇ ਦਰ ਵਰਤਿਆ ਸੋ ਨਾਨਕ ਆਖ ਸੁਣਾਇਆ। ਜਿਹੜਾ ਹਰੀ ਦੀ ਦਰਗਾਹ ਦੇ ਵਿੱਚ ਵਰਤਿਆ, ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਗੁਰਬਾਣੀ ਦੇ ਵਿੱਚ ਕਹਿ ਕੇ ਸੁਣਾਇਆ। ਸਾਡੇ ਮਨ ਦੇ ਵਿੱਚ ਕੋਈ ਸ਼ੰਕਾ ਨਹੀਂ ਹੋਣੀ ਚਾਹੀਦੀ ਵੀ ਅੱਗੇ ਕਿਹਨੇ ਦੇਖਿਆ। ਗੁਰੂ ਰਾਮਦਾਸ ਪਾਤਸ਼ਾਹ ਜੀ ਕਹਿੰਦੇ ਅੱਗੇ ਅਸੀਂ ਦੇਖਿਆ,
ਤੂੰ ਫਿਕਰ ਨਾ ਕਰ, ਤੂੰ ਪ੍ਰਮਾਤਮਾ ਦਾ ਨਾਮ ਜਪ, ਇੱਥੇ ਵੀ ਸੁਖੀ ਤੇ ਅੱਗੇ ਦਰਗਾਹ ਦੇ ਵਿੱਚ ਵੀ ਸੁਖੀ। ਅਨੇਕਾਂ ਉਦਾਹਰਨਾਂ ਨੇ। ਇੱਕ ਮਾਰੂ ਰਾਗ ਦਾ ਸ਼ਬਦ ਹੈ ਸਤਿਗੁਰਾਂ ਦਾ। ਸਤਿਗੁਰੂ ਜੀ ਫਰਮਾਨ ਕਰਦੇ ਨੇ ਵੀ ਕਾਇਆ, ਇਹ ਜਿਹੜਾ ਸਰੀਰ ਹੈ, ਕਹਿੰਦੇ ਜੀਵ ਆਤਮਾ ਨੂੰ ਕਹਿ ਰਿਹਾ ਹੈ ਵੀ ਤੂੰ ਸਾਡੇ ਨਾਲ ਵਾਅਦਾ ਕਰ, ਇੱਕ ਬਚਨ ਕਰ, ਤੂੰ ਸਾਨੂੰ ਇਸ ਕਾਇਆ ਨੂੰ, ਮੈਨੂੰ ਕਦੇ ਛੱਡ ਕੇ ਨਹੀਂ ਜਾਵੇਂਗਾ। ਕਿਉਂ? ਤੇਰੇ ਕਰਕੇ ਮੇਰੀ ਜਿਹੜੀ ਜੀਵ ਆਇਆ ਹੈ, ਲੋਕ ਮੇਰੀ ਇੱਜ਼ਤ ਕਰਦੇ ਨੇ, ਲੋਕ ਮੈਨੂੰ ਬੁਲਾਉਂਦੇ ਨੇ, ਲੋਕਾਂ ਦਾ ਮੇਰੇ ਨਾਲ ਮਿਲਾਪ ਹੈ, ਮੇਲ ਜੋਲ ਹੈ। ਜੀਵ ਆਤਮਾ ਨੂੰ ਇੱਕ ਕਾਇਆ ਕਹਿ ਰਹੀ ਆ ਵੀ ਤੂੰ ਮੇਰੇ ਨਾਲ ਬਚਨ ਕਰ, ਮੇਰੇ ਨਾਲ ਵਾਅਦਾ ਕਰ, ਕਦੇ ਤੂੰ ਮੈਨੂੰ ਛੱਡ ਕੇ ਨਹੀਂ ਜਾਵੇਂਗਾ। ਪਰ ਜਿਹੜੀ ਜੀਵ ਆਤਮਾ ਹੈ ਉਹ ਫਿਰ ਕਾਇਆ ਨੂੰ ਜਵਾਬ ਦਿੰਦੀ ਆ ਵੀ ਮੈਂ ਤਾਂ ਉਹ ਪ੍ਰਭੂ ਪਰਮਾਤਮਾ ਜਿਹੜਾ ਸਭ ਦਾ ਮਾਲਕ ਹੈ, ਜਿਹੜਾ ਕਿਸੇ ਦੀ ਮੁਹਤਾਜੀ ਨਹੀਂ ਕਰਦਾ, ਮੈਂ ਤਾਂ ਉਹਦੇ ਹੁਕਮ ਦੇ ਵਿੱਚ ਬੰਨਿਆ ਹੋਇਆ ਤੇਰੇ ਅੰਦਰ ਵਸ ਰਿਹਾ। ਜਿੱਦਣੇ ਉਹਦਾ ਹੁਕਮ ਆ ਗਿਆ, ਮੈਂ ਤੈਨੂੰ ਦੱਸਣਾ ਵੀ ਨਹੀਂ, ਤੈਨੂੰ ਛੱਡ ਕੇ ਚਲੇ ਜਾਣਾਗਾ। ਦੇਖੋ, ਇੱਕ ਕਾਇਆ ਤੇ ਇੱਕ ਪਾਸੇ ਜੀਵ ਆਤਮਾ, ਆਪਸ ਵਿੱਚ ਸਵਾਲ ਨੇ। ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਇਹ ਸ਼ਬਦ ਹੈ ਮਾਰੂ ਰਾਗ ਦੇ ਅੰਦਰ। ਸਤਿਗੁਰੂ ਜੀ ਬਚਨ ਕਰਦੇ ਨੇ, ਧਨ ਕਹੈ ਤੂੰ ਵਸ ਮੈਂ ਨਾਲੇ। ਕਹਿੰਦੇ ਕਾਇਆ ਕਹਿ ਰਹੀ ਹੈ ਜੀਵ ਆਤਮਾ ਨੂੰ, ਤੂੰ ਮੇਰੇ ਨਾਲ ਵਸ। ਧਨ ਕਹੈ ਤੂੰ ਬਸ ਮੈਂ ਨਾਲੇ, ਪਿਰਹਾ ਸੁਖ ਵਾਸੀ ਬਾਲ ਗੋਪਾਲੇ। ਕਹਿੰਦੇ ਮੈਂ ਤੇਰੇ ਕਰਕੇ ਸੁਖੀ ਵਸਦੀ ਹਾਂ। ਜਿਦਣੇ ਤੂੰ ਚਲਾ ਗਿਆ, ਮਿੱਟੀ ਹੈ ਸਤਿਗੁਰਾਂ ਦੀ, ਆਪਾਂ ਨੇ ਬਾਣੀ ਪੜ੍ਹੀ ਹੈ। ਆਪਾਂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਪਹਿਲੀ ਜਿਹੜੀ ਰਹਾਉ ਦੀ ਤੁਕ ਹੈ, ਜਿਹਦੇ ਵਿੱਚ ਸਤਿਗੁਰ ਜੀ ਬਚਨ ਕਰਦੇ ਨੇ, ਮਾਤ ਪਿਤਾ ਭਾਈ ਸੁਤ ਬੰਧਪ ਗ੍ਰਹਿ ਕੀ ਨਾਰ। ਕਹਿੰਦੇ ਇਹ ਜਿਉਂਦੇ ਜੀ ਤੇਰੇ ਨਾਲ ਇਹਨਾਂ ਦਾ ਰਿਸ਼ਤਾ ਹੈ। ਕਿਉਂ? ਸਭ ਕਿਸ ਜੀਵਤ ਕੋ ਵਿਵਹਾਰ, ਸਾਰਾ ਕੁਝ ਜੀਂਦਿਆ ਜੀ ਹੈ। ਹੁਣ ਜਦੋਂ ਕਾਇਆ ਸਵਾਲ ਕਰਦੀ ਹੈ ਜੀਵ ਆਤਮਾ ਨੂੰ, ਧਨ ਕਹੈ ਤੂੰ ਵਸ ਮੈਂ ਨਾਲੇ, ਪਿਰਾ ਸੁਖ ਵਾਸੀ ਬਾਲ ਗੋਪਾਲੇ, ਤੁਝੇ ਬਿਨਾ ਹੋ ਕਿਤ ਹੀ ਨਾ ਲੇਖਾ। ਕਹਿੰਦੇ ਤੇਰੇ ਤੋਂ ਬਿਨਾ ਮੈਨੂੰ ਕੋਈ ਨਹੀਂ ਪੁੱਛਦਾ। ਕਾਇਆ ਕਹਿੰਦੀ ਬਾਚਨ ਦੇਹ ਸੋੜ ਨਾ ਜਾਸਾਹੇ। ਕਹਿੰਦੇ ਮੇਰੇ ਨਾਲ ਬਚਨ ਕਰ, ਕਦੇ ਮੈਨੂੰ ਤੂੰ ਛੋੜ ਕੇ ਨਹੀਂ ਜਾਵੇਂਗਾ, ਛੱਡ ਕੇ ਨਹੀਂ ਜਾਵੇਂਗਾ। ਤੇਰੇ ਕਰਕੇ ਹੀ ਮੇਰੀ ਆਓ ਭਗਤ ਹੈ, ਪੁੱਛ ਗਿਸ ਹੈ। ਕਿਉਂ? ਤੁਝੇ ਬਿਨਾ ਹੋ ਕਿਤ ਹੀ ਨਾ ਲੇਖਾ, ਮੈਨੂੰ ਕੋਈ ਨਹੀਂ ਪੁੱਛਣ ਵਾਲਾ ਤੇ ਤੋਂ ਬਿਨਾ। ਫਿਰ ਸਤਿਗੁਰੂ ਜੀ ਬਚਨ ਕਰਦੇ ਨੇ ਵੀ ਜਿਹੜੀ ਜੀਵ ਆਤਮਾ ਫਿਰ ਕਾਇਆ ਨੂੰ ਸਵਾਲ ਕਰਦੀ ਹੈ, ਪੈਰ ਕੇ ਹੋ ਹੁਕਮੀ ਬੰਦਾ। ਕਹਿੰਦੇ ਮੈਂ ਤਾਂ ਹੁਕਮੀ ਬੰਦਾ, ਉਹਦੇ ਹੁਕਮ ਦੇ ਵਿੱਚ ਬੰਧਿਆ ਹੋਇਆ, ਤੇਰੇ ਅੰਦਰ ਟਿਕਿਆ ਹੋਇਆ। ਉਹ ਭਾਰੋ ਠਾਕਰ ਜਿਸ ਕਾਣ ਨਾ ਸੰਦਾ। ਕਹਿੰਦੇ ਉਹ ਬੜਾ ਭਾਰਾ ਭਾਵ ਮੇਰਾ ਜਿਹੜਾ ਮਾਲਕ ਹੈ, ਜਿਹੜਾ ਮੇਰਾ ਠਾਕਰ ਹੈ, ਉਹ ਸਭ ਦੁਨੀਆ ਨੂੰ ਚਲਾਉਣ ਵਾਲਾ ਹੈ, ਸਭ ਨੂੰ ਦਾਤਾਂ ਦੇਣ ਵਾਲਾ ਹੈ। ਉਹ ਕਿਸੇ ਦੀ ਮੁਤਾਜੀ ਨਹੀਂ ਕਰਦਾ। ਕਿਉਂ? ਉਹ ਭਾਰੋ ਠਾਕੁਰ ਜਿਸ ਕਾਣ ਨਾ ਸੰਦਾ, ਉਹਦੇ ਵਿੱਚ ਕੋਈ ਵੀ ਕਮੀ ਨਹੀਂ ਹੈ। ਜਿਚਰ ਰਾਖੇ ਤਿਚਰ ਤੁਮ ਸੰਗ। ਕਹਿੰਦੇ ਜਿੰਨਾ ਚਿਰ ਉਹ ਰੱਖੂਗਾ ਉਹਨਾਂ ਚਿਰ ਮੈਂ ਤੇਰੇ ਸੰਗ ਹਾਂ। ਕਿਉਂ? ਜਿਚਰ ਰਾਖੇ ਤਿਚਰ ਤੁਮ ਸੰਗ ਰਹਿਣਾ, ਜਾਂ ਸੱਦੇ ਤਾਂ ਉੱਠ ਸਦਾ ਸਾਹੇ। ਜਦੋਂ ਉਹਦਾ ਸੱਦਾ ਆ ਗਿਆ, ਮੈਂ ਇੱਥੋਂ ਉੱਠ ਕੇ ਚਲੇ ਜਾਣਾ ਹੈ। ਦੇਖੋ ਆਪਾਂ ਵਿਚਾਰ ਕਰ ਰਹੇ ਹਾਂ ਸਤਿਗੁਰਾਂ ਦੀ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਇਹ ਸ਼ਬਦ ਹੈ। ਇਹ ਕਾਇਆ ਦਾ ਮੁੱਲ, ਇਹ ਕਾਇਆ ਦੀ ਕੀਮਤ ਓਨਾ ਚਿਰ ਹੈ ਜਿੰਨਾ ਚਿਰ ਇਹਦੇ ਅੰਦਰ ਜੀਵ ਆਤਮਾ। ਉਸ ਤੋਂ ਬਾਅਦ ਇਹਦੀ ਕੋਈ ਕੀਮਤ ਨਹੀਂ ਹੈ। ਕਿਉਂ? ਸਤਿਗੁਰਾਂ ਦਾ ਬਚਨ ਹੈ ਬਾਬਾ ਫਰੀਦ ਜੀ ਦਾ। ਜੇ ਆਪਾਂ ਦੇਖੀਏ, ਬਾਬਾ ਫਰੀਦ ਜੀ 300 ਸਾਲ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਤੋਂ ਪਹਿਲਾਂ ਆਏ। ਗੁਰਮੁਖ ਦੇ ਜਿਹੜੇ ਵਿਚਾਰ ਨੇ ਉਹ ਆਪਸ ਦੇ ਵਿੱਚ ਮਿਲ ਜਾਂਦੇ ਨੇ।
ਪਰ ਮੂਰਖ ਬੰਦੇ ਦੇ ਵਿਚਾਰ ਗੁਰਮੁਖ ਦੇ ਨਾਲ ਕਦੇ ਨਹੀਂ ਮਿਲਦੇ, ਨਾ ਹੀ ਮੂਰਖ ਦੇ ਨਾਲ ਮਿਲਦੇ ਨੇ, ਕਿਉਂ ਉਹਨਾਂ ਦਾ ਆਪਣਾ ਆਪਣਾ ਰਸਤਾ ਹੁੰਦਾ ਹੈ। ਗੁਰੂ ਨਾਨਕ ਪਾਤਸ਼ਾਹ ਜੀ ਨੇ ਸ਼ਬਦ ਦੇ ਵਿੱਚ ਸਾਨੂੰ ਸਮਝਾਇਆ, ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ, ਜਿਹੋ ਸੱਜਣ ਈਸੜੀਆਂ ਜੋ ਹੋਵੈ ਸਹਿਬ ਸਿਉ ਮੇਲ। ਇੱਕ ਪਾਸੇ ਬਾਬਾ ਫਰੀਦ ਜੀ 300 ਸਾਲ ਪਹਿਲਾਂ ਉਹੀ ਉਹ ਗੱਲ ਬਾਬਾ ਫਰੀਦ ਜੀ ਕਰ ਰਹੇ ਨੇ, ਉਹੀ ਉਹ ਗੱਲ ਗੁਰੂ ਨਾਨਕ ਪਾਤਸ਼ਾਹ ਜੀ ਕਰ ਰਹੇ ਨੇ। ਕਹਿੰਦੇ ਜਿੱਤ ਦਿਹਾੜੇ ਧਨਵਰੀ, ਸਾਏ ਲਹਿ ਲਖਾਏ, ਕਾਮ ਕ੍ਰੋਧ ਨਗਰ ਵੋ ਵਸਿਆ। ਜਿਹੜਾ ਆਪਾਂ ਨੇ ਸ਼ਬਦ ਪੜਿਆ ਹੈ, ਕਿਉਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਵਿਚਾਰ ਔਰ ਬਾਬਾ ਫਰੀਦ ਜੀ ਦੇ ਵਿਚਾਰ ਨੇ। ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾਹੇ, ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲਿਵ ਮੰਡਲ ਮੰਡਾ ਹੈ। ਤੇ ਬਾਬਾ ਫਰੀਦ ਜੀ ਕਹਿ ਰਹੇ ਨੇ ਜਿੱਤ ਦਿਹਾੜੇ ਧਨਵਰੀ, ਸਾਹੇ ਲੈ ਲਿਖਾਏ। ਜਿੱਦਣੇ ਉਹ ਚਿੱਠੀ ਆ ਗਈ, ਕਹਿੰਦੇ ਇਥੋਂ ਸਾਰਿਆਂ ਨੇ ਤੁਰ ਜਾਣਾ ਹੈ, ਬਸਣਾ ਕਿਸੇ ਨੇ ਨਹੀਂ ਹੈ। ਇੱਕ ਸਤਿਗੁਰਾਂ ਦਾ ਬੜਾ ਪਿਆਰਾ ਸ਼ਬਦ ਹੈ, ਉੱਥੇ ਵੀਰ ਤੇ ਭੈਣ ਦੀ ਗੱਲ ਕੀਤੀ ਹੈ। ਭੈਣ ਨੂੰ ਕਾਇਆ ਕਿਹਾ ਹੈ ਤੇ ਵੀਰ ਨੂੰ ਜਿੰਦ ਕਿਹਾ ਹੈ। ਤੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਇਹ ਸ਼ਬਦ ਹੈ, ਵੀਰ ਤੇ ਭੈਣ ਦਾ ਰਿਸ਼ਤਾ ਬੜਾ ਗੂੜਾ ਹੈ। ਜਿਹੜੇ ਗੁਰਬਾਣੀ ਦੇ ਵਿੱਚ ਸ਼ਬਦ ਆਏ ਨੇ ਮਾਮੇ ਮਮਾਣੀਆਂ, ਤੇ ਅੱਜ ਤਾਂ ਕਹਿੰਦੇ ਉਹ ਸ਼ਬਦ ਇੱਕ ਅੰਕਲ ਸ਼ਬਦ ਹੈ, ਜਿਹੜਾ ਇੱਕ ਕੂਹੇ ਦੀ ਤਰ੍ਹਾਂ ਹੈ। ਉਹਨੇ ਸਾਰੇ ਰਿਸ਼ਤਿਆਂ ਨੂੰ ਆਪਣੇ ਵਿੱਚ ਸਮਾ ਲਿਆ। ਪਤਾ ਨਹੀਂ ਲੱਗਦਾ ਵੀ ਇਹ ਮਾਸੜ ਹੈ, ਇਹ ਮਾਮਾ ਹੈ, ਇਹ ਚਾਚਾ ਹੈ। ਕਿਉਂ ਆਪਾਂ ਅੰਕਲ ਸ਼ਬਦ ਵਰਤ ਦਿੰਦੇ ਆ ਮਾਮੇ ਵਾਸਤੇ, ਫੁੱਫੜ ਵਾਸਤੇ, ਚਾਚੇ ਵਾਸਤੇ। ਕਿਉਂ ਬੜੇ ਪਿਆਰੇ ਜਿਹੜੇ ਸ਼ਬਦ ਨੇ ਗੁਰਬਾਣੀ ਦੇ ਵਿੱਚ। ਇੱਥੇ ਸ਼ਬਦ ਮੈਂ ਵਿਚਾਰ ਕਰ ਰਿਹਾ ਵੀ ਵੀਰਾ ਵੀਰਾ ਕਰ ਰਹੀ, ਵੀਰ ਭੈ ਵੈ ਰਾਏ। ਕਹਿੰਦੇ ਤੂੰ ਵੀਰਾ ਵੀਰਾ ਕਰਦੀ ਆ, ਵੀਰ ਤਾਂ ਤੇਰੇ ਅੰਦਰੋਂ ਚੱਲ ਵਸਿਆ। ਇੱਥੇ ਵੀ ਗੱਲ ਆਤਮਾ ਤੇ ਕਾਇਆ ਦੀ ਕੀਤੀ ਹੈ। ਕਿਉਂ ਇਹ ਰਿਸ਼ਤੇ ਬੜੇ ਕਹਿੰਦੇ ਪਿਆਰੇ ਨੇ। ਦੋ ਵਾਰੀ ਮਾਂ ਸ਼ਬਦ ਬੋਲੀਏ, ਕਹਿੰਦੇ ਮਾਮਾ ਸ਼ਬਦ ਬਣਦਾ ਹੈ। ਹੁਣ ਮਾਂ ਤੋਂ ਹੀ ਮਾਸੀ ਸ਼ਬਦ ਬਣਦਾ ਹੈਗਾ, ਕਿਉਂ ਜਿਹੜੀ ਮਾਂ ਦਾ ਰਿਸ਼ਤਾ ਨਿਭਾ ਸਕਦੀ ਹੈ। ਮਾਮੇ ਤੇ ਮਮਾਣੀਆਂ ਗੁਰਬਾਣੀ ਦੇ ਵਿੱਚ ਸ਼ਬਦ ਆਇਆ ਹੈ। ਮੈਂ ਵਿਚਾਰ ਕਰ ਰਿਹਾ ਵੀ ਵੀਰ ਤੇ ਭੈਣ ਦਾ ਰਿਸ਼ਤਾ ਬੜਾ ਗੂੜਾ ਹੈ। ਇੱਥੇ ਗੁਰੂ ਨਾਨਕ ਪਾਤਸ਼ਾਹ ਨੇ ਵੀਰ ਨੂੰ ਜੀਵ ਆਤਮਾ ਕਹਿ ਕੇ ਪੁਕਾਰਿਆ। ਕਹਿੰਦੇ ਵੀ ਜਦੋਂ ਵੀਰਾ ਵੀਰਾ ਕਰ ਰਹੀ, ਵੀਰ ਭੈ ਵੈ ਰਾਏ, ਵੀਰ ਚੱਲੇ ਘਰ ਆਪਣੇ, ਬਹਿਣ ਬਿਹਰੇ ਜਲ ਜਾਏ। ਕਹਿੰਦੇ ਉਹ ਤਾਂ ਆਪਣੇ ਘਰ ਦਰਗਾਹ ਦੇ ਵਿੱਚ ਚਲਾ ਗਿਆ, ਇਹ ਕਾਇਆ ਬਹਿ ਕੇ ਰੋ ਰਹੀ ਹੈ, ਵੀਰਾ ਵੀਰਾ ਕਰ ਰਹੀ ਹੈ। ਹੁਣ ਗੁਰੂ ਨਾਨਕ ਪਾਤਸ਼ਾਹ ਜੀ ਦਾ ਰਿਸ਼ਤਾ ਬੇਬੇ ਨਾਨਕੀ ਜੀ ਦੇ ਨਾਲ ਬੜਾ ਗਹਿਰਾ ਰਿਸ਼ਤਾ ਸੀ। ਦੇਖੋ ਬੇਬੇ ਨਾਨਕੀ ਜੀ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਵੀ 5 ਸਾਲ ਵੱਡੇ ਸੀ, ਪਰ ਗੁਰੂ ਨਾਨਕ ਪਾਤਸ਼ਾਹ ਨੂੰ ਆਪਣਾ ਮੁਰਸ਼ਿਦ ਸਮਝਦੇ ਸੀ। ਜਦੋਂ ਸੁਲਤਾਨਪੁਰ ਗਏ, ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਬੇਬੇ ਨਾਨਕੀ ਜੀ ਨੇ ਝੁਕ ਕੇ ਨਮਸਕਾਰ ਕੀਤੀ। ਕਹਿੰਦੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਜਨਮ ਸਾਖੀ ਦੇ ਬੋਲ ਨੇ ਵੀ ਹੇ ਬੇਬੇ ਤੂੰ ਸਾਡੇ ਅੱਗੇ ਕਿਉਂ ਉੜੀ, ਕਿਉਂ ਉੜੀ ਦਾ ਭਾਵ ਤੂੰ ਸਾਡੇ ਅੱਗੇ ਕਿਉਂ ਝੁਕੀ। ਕਹਿਣ ਲੱਗੀ ਵੀਰ ਨਾਨਕ ਮੈਂ ਤੇਰੇ ਕਰਕੇ ਵੀਰ ਕਰਕੇ ਨਹੀਂ ਝੁਕੀ, ਮੈਂ ਤੈਨੂੰ ਆਪਣਾ ਪੀਰ ਕਰਕੇ ਮੰਨਦੀ ਹਾਂ, ਪੀਰ ਕਰਕੇ ਤੇਰੇ ਅੱਗੇ ਝੁਕੀ। 1518 ਦੇ ਵਿੱਚ ਬੇਬੇ ਨਾਨਕੀ ਜੀ ਨੇ ਅਕਾਲ ਚਲਾਣਾ ਕੀਤਾ। ਗੁਰੂ ਨਾਨਕ ਪਾਤਸ਼ਾਹ ਜੀ ਗਏ, ਕਹਿੰਦੇ ਕੁਝ ਮੰਗ ਲੈ। ਕਹਿੰਦੇ ਬੇਬੇ ਨਾਨਕੀ ਜੀ ਨੇ ਕਿਹਾ ਵੀ ਇੱਕ ਕੰਮ ਕਰਿਓ, ਅੱਜ ਤੋਂ 2 ਦਿਨ ਬਾਅਦ ਅਸੀਂ ਇਸ ਸੰਸਾਰ ਤੋਂ ਚਲੇ ਜਾਣਾ ਹੈ। ਸਾਡਾ ਜਿਹੜਾ ਸੰਸਕਾਰ ਹੈ ਉਹ ਆਪਣੇ ਹੱਥੀਂ ਕਰਿਓ। ਜਿਹੜਿਆਂ ਦੇ ਅੰਦਰ ਉਹ ਪਰਮਾਤਮਾ ਵਸਦਾ ਹੈ, ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਅਸੀਂ ਇਸ ਸੰਸਾਰ ਤੋਂ ਜਾਣਾ ਕਦੋਂ ਹੈ। ਇਹ ਸ਼ਬਦ ਸਿਰਫ ਸਾਡੇ ਵਾਸਤੇ ਹੈ, ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ। ਜਿਹੜੇ ਨਾਮ ਜਪਣ ਵਾਲੇ ਨੇ, ਜਿਨ੍ਹਾਂ ਦੇ ਹਿਰਦੇ ਦੇ ਵਿੱਚ ਪਰਮਾਤਮਾ ਹੈ, ਜਿਨ੍ਹਾਂ ਨੂੰ ਪਤਾ ਅਸੀਂ ਕਿਸ ਦਿਨ ਸੰਸਾਰ ਤੋਂ ਜਾਣਾ, ਉਹਨਾਂ ਵਾਸਤੇ ਇਹ ਸ਼ਬਦ ਨਹੀਂ। ਹੁਣ ਭੈਣ ਨਾਨਕ ਬੇਬੇ ਨਾਨਕੀ ਜੀ ਨੇ ਦੱਸਿਆ ਵੀ
ਕਿਰਪਾ ਕਰਿਓ ਇਹੀ ਮੰਗ ਆ ਵੀ ਜਦੋਂ ਅੱਜ ਤੋਂ 2 ਦਿਨ ਬਾਅਦ ਅਸੀਂ ਇਸ ਸੰਸਾਰ ਤੋਂ ਚਲੇ ਜਾਣਾ, ਸਾਡਾ ਹੱਥੀ ਸੰਸਕਾਰ ਕਰਿਓ। ਕਹਿੰਦੇ ਹਾਥੀ ਜਦੋਂ ਸੰਸਕਾਰ ਕਰਕੇ ਆਏ, ਹੁਣ ਸੁਲਤਾਨਪੁਰ ਲੋਧੀ ਭਈਆ ਜੈ ਰਾਮ ਦੇ ਘਰ ਬੈਠੇ ਨੇ, ਸੋਗ ਕਰ ਰਹੇ ਨੇ। ਕਹਿੰਦੇ ਉਸੇ ਟਾਈਮ ਭਾਈਆ ਜੈ ਰਾਮ ਜੀ ਨੇ ਕਹਿ ਦਿੱਤਾ ਵੀ ਅੱਜ ਤੋਂ 2 ਦਿਨ ਬਾਅਦ ਅਸੀਂ ਵੀ ਚਲੇ ਜਾਣਾ ਹੈ। ਦੇਖੋ ਬੇਬੇ ਨਾਨਕੀ ਤੋਂ 2 ਦਿਨ ਬਾਅਦ ਭਈਆ ਜੈ ਰਾਮ ਜੀ ਦਾ ਸੰਸਕਾਰ ਹੋਇਆ, ਸਰੀਰ ਉਹਨਾਂ ਨੇ ਵੀ ਛੱਡ ਦਿੱਤਾ। ਗੁਰੂ ਨਾਨਕ ਪਾਤਸ਼ਾਹ ਜੀ ਨੂੰ ਕਹਿੰਦੇ ਕਿਰਪਾ ਕਰਿਓ ਹੁਣ ਜਾਇਓ ਨਾ, 2 ਦਿਨ ਬਾਅਦ ਅਸੀਂ ਵੀ ਇਸ ਦੁਨੀਆ ਤੋਂ ਚਲੇ ਜਾਣਾ ਹੈ, ਸਾਡਾ ਵੀ ਹੱਥੀ ਸੰਸਕਾਰ ਕਰਕੇ ਜਾਇਓ। ਮੈਂ ਵਿਚਾਰ ਕਰ ਰਿਹਾ ਵੀ ਵੀਰ ਤੇ ਭੈਣ ਦਾ ਰਿਸ਼ਤਾ ਕਿੰਨਾ ਗੂੜਾ ਹੈ। ਇੱਥੇ ਗੁਰੂ ਨਾਨਕ ਸਾਹਿਬ ਜੀ ਨੇ ਸ਼ਬਦ ਵਰਤਿਆ ਹੈ, ਵੀਰਾ ਜੀਵ ਆਤਮਾ ਨੂੰ, ਜਿਹੜੀ ਸਾਡੇ ਅੰਦਰ ਇੱਕ ਕਾਇਆ ਦੇ ਵਿੱਚ ਵਰਤ ਰਹੀ ਹੈ ਜੀਉ, ਤੇ ਭੈਣ ਇਸ ਕਾਇਆ ਨੂੰ ਵਰਤਿਆ। ਗੁਰੂ ਜੀ ਕਹਿੰਦੇ ਵੀਰਾ ਵੀਰਾ ਕਰ ਰਹੀ, ਵੀਰ ਭੈ ਵੈਰਾਏ, ਵੀਰ ਚੱਲੇ ਘਰ ਆਪਣੇ, ਬਹਿਣ ਬਿਹਾਂ ਜਰ ਜਾਏ। ਕਹਿੰਦੇ ਉਹ ਤਾਂ ਆਪਣੇ ਘਰ ਦਰਗਾਹ ਦੇ ਵਿੱਚ ਚਲੇ ਗਏ। ਅਨੇਕਾਂ ਉਦਾਹਰਨਾਂ ਨੇ ਸਤਿਗੁਰਾਂ ਦੀਆਂ ਗੁਰਬਾਣੀ ਦੇ ਵਿੱਚ ਜੇ ਆਪਾਂ ਵਿਚਾਰ ਕਰੀਏ, ਪਰ ਸਮੇਂ ਦੇ ਅੰਦਰ ਰਹਿ ਕੇ ਗੁਰੂ ਤੇ ਪਰਮਾਤਮਾ ਦਾ ਨਾਮ ਦਰਗਾਹ ਦੇ ਵਿੱਚ ਤੇਰੇ ਨਾਲ ਖੜਾ ਹੋ, ਸਾਰੇ ਧੀਆਂ ਪੁੱਤਰ ਰਿਸ਼ਤੇਦਾਰ ਭੈਣ ਭਾਈ ਤੇਰਾ ਸਾਥ ਛੱਡ ਜਾਣਗੇ। ਸਤਿਗੁਰੂ ਜੀ ਅੱਗੇ ਬਚਨ ਕਰਦੇ ਨੇ, ਤਾਨ ਤੇ ਪ੍ਰਾਨ ਹੋਤ ਜਬ ਨਿਆਰੇ। ਕਹਿੰਦੇ ਨਿਆਰੇ ਦਾ ਅਖਰੀ ਅਰਥ ਹੈ ਜਦੋਂ ਵੱਖਰੇ ਹੋ ਗਏ, ਜਦੋਂ ਤੇਰੇ ਸਵਾਸ ਖਤਮ ਹੋ ਗਏ, ਭਾਵ ਤਨ ਤੇ ਪ੍ਰਾਨ ਹੋਤ ਜਬ ਨਿਆਰੇ, ਜਦੋਂ ਇਸ ਤਨ ਦੇ ਵਿੱਚੋਂ, ਇਸ ਸਰੀਰ ਦੇ ਵਿੱਚੋਂ, ਕਾਇਆ ਦੇ ਵਿੱਚੋਂ ਸਵਾਸ ਤੇਰੇ ਚਲੇ ਗਏ, ਖਤਮ ਹੋ ਗਏ। ਸਤਿਗੁਰੂ ਜੀ ਕਹਿੰਦੇ ਤੇਰਤ ਪ੍ਰੇਤ ਪੁਕਾਰ, ਤੇਰਤ ਹਿੰਦੀ ਦਾ ਸ਼ਬਦ ਹੈ। ਕਹਿੰਦੇ ਸਾਰੇ ਤੈਨੂੰ ਪੁਕਾਰ ਪੁਕਾਰ ਕੇ ਕਹਿਣਗੇ ਇਹ ਗੁਜ਼ਰ ਗਿਆ, ਇਹ ਗੁਜ਼ਰ ਗਿਆ, ਇਹ ਮਰ ਗਿਆ, ਇਹ ਮਰ ਗਿਆ। ਕਹਿੰਦੇ ਫਿਰ ਰਿਸ਼ਤੇਦਾਰ ਮਿੱਤਰ ਸਾਰੇ ਸਾਖ ਸੰਬੰਧੀ ਇਕੱਠੇ ਹੋ ਜਾਂਦੇ ਨੇ। ਕਹਿੰਦੇ ਫਿਰ ਕਹਿੰਦੇ ਆ ਵੀ ਹੁਣ ਟਾਈਮ ਨਾ ਲਾਓ। ਦੇਖੋ ਬੰਦਾ ਸਾਰੀ ਜ਼ਿੰਦਗੀ ਘਰ ਬਣਾਉਂਦਾ ਹੈਗਾ, ਧਨ ਦੌਲਤ ਜੋੜਦਾ ਹੈਗਾ, ਉਹਨੂੰ ਇੱਕ ਅੱਧੀ ਘੜੀ ਦਾ ਸਮਾਂ ਨਹੀਂ ਦਿੰਦੇ ਵੀ ਇਹਨੂੰ ਘਰ ਦੇ ਵਿੱਚ ਰੱਖ ਲਈਏ। ਸਤਿਗੁਰੂ ਜੀ ਬਚਨ ਕਰਦੇ ਨੇ, ਤਾਨ ਤੇ ਪ੍ਰਾਨ ਹੋਤ ਜਬ ਨਿਆਰੇ, ਤੇਰਤ ਪ੍ਰੀਤ ਪੁਕਾਰ, ਆਦ ਕਰੀ ਕੋ ਨ ਰਾਖੈ, ਘਰ ਤੇ ਦੇਤ ਨਿਕਾਰ। ਕਹਿੰਦੇ ਸਾਰੀ ਜ਼ਿੰਦਗੀ ਬੰਦਾ ਕਹਿੰਦਾ ਮੈਂ ਘਰ ਬਣਾਉਣਾ, ਘਰ ਬਣਾਉਣਾ, ਅੱਧੀ ਘੜੀ ਵੀ ਨਹੀਂ ਰੱਖਦੇ। ਜਦੋਂ ਰਿਸ਼ਤੇਦਾਰ ਮਿੱਤਰ ਇਕੱਠੇ ਹੋ ਜਾਂਦੇ ਨੇ, ਕਹਿੰਦੇ ਹੁਣ ਦਿਨ ਸਿਪਣ ਵਾਲਾ ਸਮਾਂ ਹੋ ਗਿਆ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਵਚਨ ਹੈ, ਆਪਾਂ ਉਹਦੀ ਵਿਚਾਰ ਕਰ ਰਹੇ ਹਾਂ ਵੀ ਦਿਨ ਸਿਪਣ ਵਾਲਾ ਛੇਤੀ ਕਰੋ, ਇਹਨੂੰ ਲੈ ਚੱਲੋ। ਕੋਈ ਨਹੀਂ ਰੱਖਦਾ ਘਰ ਦੇ ਵਿੱਚ, ਬੰਦਾ ਸਾਰੀ ਉਮਰ ਜੋੜਦਾ ਰਹਿੰਦਾ, ਧਨ ਇਕੱਠਾ ਕਰਦਾ ਰਹਿੰਦਾ, ਘਰ ਬਾਰ ਦੌਲਤ ਗੱਡੀਆਂ ਕਾਰਾਂ ਬਣਾਉਂਦਾ ਰਹਿੰਦਾ, ਆਦ ਘਰੀ ਕੋ ਨਾ ਰਾਖੇ। ਜਦੋਂ ਇਸ ਕਾਇਆ ਦੇ ਵਿੱਚੋਂ ਕਹਿੰਦੇ ਜੀਵ ਆਤਮਾ ਚਲੀ ਗਈ, ਸਾਰੇ ਤੈਨੂੰ ਮਰ ਗਿਆ ਮਰ ਗਿਆ ਕਹਿੰਦੇ ਨੇ, ਗੁਜ਼ਰ ਗਿਆ ਗੁਜ਼ਰ ਗਿਆ ਕਹਿੰਦੇ ਨੇ, ਆਦ ਘਰੀ ਕੋ ਨਾ ਰਾਖੈ, ਤੈਨੂੰ ਅੱਧੀ ਘੜੀ ਵੀ ਕਿਸੇ ਨੇ ਰੱਖਣਾ ਨਹੀਂ, ਚਾਹੇ ਰਿਸ਼ਤੇਦਾਰ ਮਿੱਤਰ ਭੈਣ ਭਰਾ ਨੇ। ਆਪਾਂ ਦੇਖਦੇ ਹਾਂ ਜਦੋਂ ਅੰਤਮ ਅਰਦਾਸ ਹੁੰਦੀ ਹੈ, ਵਧੀਆ ਗੱਲ ਆ, ਬਾਬਾ ਜੀ ਅਰਦਾਸ ਕਰਦੇ ਨੇ ਵੀ ਗੁਰੂ ਚਰਨਾਂ ਦੇ ਵਿੱਚ ਸਥਾਨ ਬਖਸ਼ੇ, ਚਰਨਾਂ ਦੇ ਵਿੱਚ ਨਿਵਾਸ ਬਖਸ਼ੇ, ਚੰਗੀ ਗੱਲ ਹੈ। ਪਰ ਕੋਈ ਅਰਦਾਸ ਦੇ ਵਿੱਚ ਇਹ ਨਹੀਂ ਕਹਿੰਦਾ ਵੀ ਬਾਬਾ ਜੀ ਐ ਕਹਿ ਦਿਓ ਸਾਡੇ ਮਾਤਾ ਪਿਤਾ ਮੁੜ ਕੇ ਵਾਪਸ ਆ ਜਾਣ। ਕਿਉਂ? ਸਾਡੀ ਸੋਚ ਕੋਈ ਨਹੀਂ ਕਹਿੰਦਾ ਵੀ ਸਾਡੇ ਮਾਤਾ ਪਿਤਾ ਮੁੜ ਕੇ ਵਾਪਸ ਆ ਜਾਣ। ਜੇ ਕਿਤੇ ਮਰਨ ਤੋਂ ਬਾਅਦ 2-3 ਵਾਰ ਸਾਨੂੰ ਸੁਪਨੇ ਦੇ ਵਿੱਚ ਦਿਖਾਈ ਵੀ ਦੇ ਜਾਣ, ਅਸੀਂ ਸਿਆਣਿਆਂ ਵੱਲ ਭੱਜਣ ਲੱਗ ਜਾਂਦੇ ਹਾਂ, ਸਾਨੂੰ ਡਰ ਆਉਣ ਲੱਗ ਜਾਂਦਾ ਹੈ। ਕਿਉਂ? ਉਹੀ ਬੰਦਾ ਹੁੰਦਾ ਹੈ, ਉਹੀ ਮਾਤਾ ਪਿਤਾਵਾਂ ਹੁੰਦੀਆਂ ਨੇ ਜਿਹੜੀ ਸਾਰੀ ਉਮਰ ਘਰ ਦੇ ਵਿੱਚ ਕੰਮ ਕਰਦੀਆਂ ਨੇ। ਮਰਨ ਤੋਂ ਬਾਅਦ ਬੰਦਾ ਡਰਨ ਲੱਗ ਜਾਂਦਾ ਜੇ ਸੁਪਨੇ ਦੇ ਵਿੱਚ ਵੀ ਆ ਜੇ। ਫਿਰ ਅਸੀਂ ਸਿਆਣਿਆਂ ਕੋਲੇ ਭੱਜਦੇ ਹਾਂ, ਜੀ ਮੈਨੂੰ ਦਿਖਾਈ ਦਿੱਤਾ। ਸਤਿਗੁਰੂ ਜੀ ਕਹਿੰਦੇ ਤੂੰ ਸਾਰੀ ਉਮਰ ਘਰ ਬਣਾਉਂਦਾ ਰਿਹਾ, ਧਨ ਦੌਲਤ ਜੋੜਦਾ ਰਿਹਾ, ਕਹਿੰਦੇ ਰਿਸ਼ਤੇਦਾਰ ਮਿੱਤਰ ਭੈਣਾਂ ਭਰਾਵਾਂ ਨੇ ਤੈਨੂੰ ਅੱਧੀ ਘੜੀ ਵੀ ਘਰ ਦੇ ਵਿੱਚ ਨਹੀਂ ਰੱਖਣਾ। ਸਤਿਗੁਰੂ ਜੀ ਕਹਿੰਦੇ ਆਦ ਘਰੀ ਕੂ ਨਾ ਰਾਖੇ,
ਘਰ ਤੇ ਦੇਤ ਨਿਕਾਰ, ਕਹਿੰਦੇ ਤੈਨੂੰ ਘਰੋਂ ਚੁੱਕ ਕੇ ਲੈ ਜਾਣਗੇ। ਪਰ ਜਿਹੜਾ ਗੁਰੂ ਹੈ ਉਹ ਨਾਲ ਨਿਭਦਾ ਹੈ। ਇਸ ਕਰਕੇ ਸਾਨੂੰ ਸਤਿਗੁਰਾਂ ਦੀ ਹਦਾਇਤ ਹੈ ਵੀ ਸਤ ਸੰਗਤ ਕਰ, ਨਾਮ ਜਪ। ਹਰਗੋਬਿੰਦ ਪਾਤਸ਼ਾਹ ਜੀ ਨੇ ਜਮਰੌਦ ਦੀ ਜੰਗ ਲੜੀ। ਇਤਿਹਾਸ ਦਾ ਜ਼ਿਕਰ ਹੈ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਆਪਾਂ ਸ਼ਬਦਾਂ ਦੀ ਵਿਚਾਰ ਕਰ ਰਹੇ ਹਾਂ। ਜਮਰੌਦ ਦੀ ਜਦੋਂ ਜੰਗ ਲੜੀ ਹਰਗੋਬਿੰਦ ਪਾਤਸ਼ਾਹ ਜੀ ਨੇ, ਜੰਗ ਦੇ ਵਿੱਚੋਂ ਜਿੱਤ ਹਾਸਲ ਹੋਈ। ਕਹਿੰਦੇ ਜਿਹੜੇ ਜੰਗ ਲੜਨ ਆਏ ਸੀ ਉਹ ਆਪਣੇ ਮ੍ਰਿਤਕਾਂ ਦੀਆਂ ਸਰੀਰ ਦੀਆਂ ਡੈਡ ਬੋਡੀਆਂ ਵੀ ਲੈ ਕੇ ਨਹੀਂ ਗਏ, ਛੱਡ ਕੇ ਚਲੇ ਜਾਂਦੇ ਸੀ। ਜੰਗ ਤੋਂ ਬਾਅਦ ਹਰਗੋਬਿੰਦ ਪਾਤਸ਼ਾਹ ਜੀ ਦੇਖਦੇ ਨੇ ਜਿਹੜੇ ਸਿੰਘ ਸ਼ਹੀਦ ਹੁੰਦੇ ਨੇ ਉਹਨਾਂ ਦਾ ਕਹਿੰਦੇ ਉਹ ਸੰਸਕਾਰ ਕਰ ਦਿਓ, ਪਰ ਜਿਹੜੇ ਜ਼ਖਮੀ ਨੇ ਹੁਣ ਉਹਨਾਂ ਦੇ ਕੱਪੜੇ ਦੇ ਨਾਲ ਮੁੱਖ ਸਾਫ਼ ਕਰਦੇ ਨੇ। ਕਹਿੰਦੇ ਇੱਕ ਸਿੱਖ ਬੜਾ ਜ਼ਖਮੀ ਹੈ, ਖੂਨ ਦੇ ਨਾਲ ਲੱਥ ਪਲੱਥ ਹੋਇਆ ਹੈ। ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਆਪਣੇ ਕੱਪੜੇ ਦੇ ਨਾਲ, ਕਮਰ ਕਸੇ ਦੇ ਨਾਲ ਕਹਿ ਲਈਏ, ਰੁਮਾਲ ਦੇ ਨਾਲ ਕਹਿ ਲਈਏ, ਉਸ ਸਿੱਖ ਦਾ ਚਿਹਰਾ ਸਾਫ਼ ਕੀਤਾ। ਕਹਿਣ ਲੱਗੇ ਵੀ ਤੂੰ ਜੰਗ ਦੇ ਵਿੱਚ ਬੜੇ ਜੌਹਰ ਦਿਖਾਏ ਨੇ, ਅਸੀਂ ਤੇਰੇ ਤੇ ਕੋਸਾ ਕੁਛ ਮੰਗ ਲੈ। ਕਹਿਣ ਲੱਗਿਆ ਪਾਤਸ਼ਾਹ ਹੁਣ ਦੇਖੋ ਗੁਰੂ ਦਾ ਸਿੱਖ, ਕਹਿਣ ਲੱਗਿਆ ਪਾਤਸ਼ਾਹ ਜੇ ਤਾਂ ਮੈਂ ਹੁਣ ਹੀ ਸਰੀਰ ਨੂੰ ਤਿਆਗਣਾ ਫਿਰ ਤਾਂ ਮੇਰੀ ਕੋਈ ਮੰਗ ਨਹੀਂ ਹੈ, ਪਰ ਜੇ ਅਜੇ ਮੇਰਾ ਟਾਈਮ ਹੈ। ਤੇ ਕਹਿੰਦੇ ਹਰਗੋਬਿੰਦ ਪਾਤਸ਼ਾਹ ਕਹਿਣ ਲੱਗੇ ਵੀ ਅੱਜ ਨਹੀਂ ਤੂੰ ਮਰਨ ਲੱਗਿਆ, ਤੈਨੂੰ ਅਜੇ 22-23 ਸਾਲ ਤੂੰ ਜੀਵਨ ਜੀਣਾ ਹੈ। ਤੇ ਕਹਿੰਦੇ ਫਿਰ ਇੱਕ ਕਿਰਪਾ ਕਰ ਦਿਓ, ਜਿਸ ਤਰ੍ਹਾਂ ਅੱਜ ਮੇਰਾ ਸਿਰ ਤੁਹਾਡੀ ਬੁੱਕਲ ਦੇ ਵਿੱਚ ਹੈ ਤੇ ਜਿਸ ਦਿਨ ਮੈਂ ਮਰਾਂ ਉਸ ਦਿਨ ਦੇ ਮੇਰਾ ਸਿਰ ਤੁਹਾਡੀ ਬੁੱਕਲ ਦੇ ਵਿੱਚ ਹੋਵੇ, ਤੁਹਾਡੀ ਗੋਦ ਦੇ ਵਿੱਚ ਹੋਵੇ। ਕਹਿੰਦੇ ਹਰਗੋਬਿੰਦ ਪਾਤਸ਼ਾਹ ਚੁੱਪ ਕਰ ਗਏ। ਉਸ ਸਿੱਖ ਦਾ ਨਾਮ ਇਤਿਹਾਸ ਦੇ ਵਿੱਚ ਭਾਈ ਮੁਗਲੂ ਆਇਆ। ਸੰਗਰੂਰ ਦੇ ਕੋਲੇ ਪਿੰਡ ਹੈ, ਪਿੰਡ ਗੰਡੂਆਂ। 2 ਗੁਰਦੁਆਰੇ ਨੇ ਉੱਥੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ। ਕਹਿੰਦੇ ਭਾਈ ਮੁਗਲੂ ਕਹਿਣ ਲੱਗਿਆ ਵੀ ਪਾਤਸ਼ਾਹ ਮੈਂ ਤਾਂ ਕੁਛ ਨਹੀਂ ਕਿਹਾ, ਵੀ ਤੁਸੀਂ ਬਚਨ ਕੀਤਾ ਜੋ ਮਰਜ਼ੀ ਮੰਗ ਲਾ, ਹੁਣ ਕਿਉਂ ਚੁੱਪ ਹੋ ਗਏ। ਕਹਿੰਦੇ ਹਰਗੋਬਿੰਦ ਪਾਤਸ਼ਾਹ ਕਹਿਣ ਲੱਗੇ ਵੀ ਠੀਕ ਹੈ, ਇੱਕ ਕੰਮ ਕਰੀ, ਜਿੱਦਣੇ ਤੈਂ ਸਰੀਰ ਛੱਡਣਾ ਹੋ ਤੈਨੂੰ ਸਮਝ ਪੈ ਜੂਗੀ। ਦੇਖੋ ਨਾਮ ਜਪਣ ਵਾਲਿਆਂ ਨੂੰ ਸਮਝ ਪੈ ਜਾਂਦੀ ਆ ਵੀ ਜਦੋਂ ਉਹਨਾਂ ਨੇ ਸਰੀਰ ਛੱਡਣਾ ਹੈ। ਕਹਿੰਦੇ ਤੈਨੂੰ ਸਮਝ ਪੈ ਜੂਗੀ, ਆਪਣੇ ਘਰ ਦਾ ਦਰਵਾਜ਼ਾ ਖੁੱਲ੍ਹਾ ਰੱਖੀ, ਅਸੀਂ ਜ਼ਰੂਰ ਪਹੁੰਚਾਂਗੇ। ਦੇਖੋ ਹਰਗੋਬਿੰਦ ਪਾਤਸ਼ਾਹ ਨੇ ਬਚਨ ਕੀਤੇ। ਸਮਾਂ ਆਇਆ 7ਵੇਂ ਪਾਤਸ਼ਾਹ ਜੀ ਦਾ, ਗੁਰੂ ਹਰਿਰਾਏ ਸਾਹਿਬ ਜੀ ਦਾ, 8ਵੇਂ ਪਾਤਸ਼ਾਹ ਜੀ ਦਾ, ਗੁਰੂ ਹਰਕ੍ਰਿਸ਼ਨ ਪਾਤਸ਼ਾਹ ਜੀ ਦਾ, ਫਿਰ ਗੁਰਤਾ ਗੱਦੀ ਤੇ 9ਵੇਂ ਗੁਰਦੇਵ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਆਏ। ਕਹਿੰਦੇ ਉਸ ਟਾਈਮ ਦੇ ਉੱਪਰ ਉਹ ਸੁਨਾਮ ਦੇ ਨੇੜੇ ਇੱਕ ਪਿੰਡ ਹੈ ਭੀਖੀ ਪਿੰਡ, ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਉੱਥੇ ਵਿਰਾਜ ਰਹੇ ਸਨ। ਕਹਿੰਦੇ ਅੰਮ੍ਰਿਤ ਵੇਲੇ ਦਾ ਟਾਈਮ ਸੀ, ਸਿੱਖਾਂ ਨੂੰ ਹੁਕਮ ਕੀਤਾ ਵੀ ਸਾਡਾ ਘੋੜਾ ਤਿਆਰ ਕਰੋ, ਅਸੀਂ ਛੇਤੀ ਨਾਲ ਜਾਣਾ। ਹੁਣ ਸਿੱਖ ਪੁੱਛਦੇ ਆ ਕਾਠੀ ਪਾਈਏ, ਰਕਾਬ ਪਾਈਏ। ਕਹਿੰਦੇ ਗੁਰੂ ਸਾਹਿਬ ਕਹਿਣ ਲੱਗੇ ਵੀ ਘੋੜੇ ਨੂੰ ਕੰਡਿਆਲਾ ਪਾ ਦਿਓ ਤੇ ਦੂਸਰਾ ਘੋੜੇ ਤੇ ਇੱਕ ਚਾਦਰ ਪਾ ਦਿਓ। 2 ਸਿੱਖ ਨਾਲ ਗਏ। ਕਹਿੰਦੇ ਪਿੰਡ ਗੰਡੂਆਂ ਪਹੁੰਚੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ। ਜਦੋਂ ਪਿੰਡ ਗੰਡੂਆਂ ਪਹੁੰਚੇ, ਜਿਹੜਾ ਭਾਈ ਮੁਗਲੂ ਸੀ ਗੁਰੂ ਕਾ ਸਿੱਖ, ਜਿਹਦੇ ਨਾਲ ਹਰਗੋਬਿੰਦ ਪਾਤਸ਼ਾਹ ਜੀ ਨੇ ਵਾਅਦਾ ਕੀਤਾ ਸੀ ਵੀ ਜਦੋਂ ਤੇਰਾ ਅੰਤਮ ਸਮਾਂ ਹੋ ਤੇਰਾ ਸੀਸ ਜਿਹੜਾ ਤੇਰਾ ਸਿਰ ਹੈ ਸਾਡੀ ਗੋਦ ਦੇ ਵਿੱਚ ਹੋ। ਕਹਿੰਦੇ ਪਹੁੰਚੇ ਉੱਥੇ ਪਿੰਡ ਗੰਡੂਆਂ, ਬੂਹਾ ਖੁੱਲ੍ਹਾ ਸੀ, ਕਿਉਂ ਆਪਣੇ ਪਰਿਵਾਰ ਨੂੰ ਕਹਿ ਕੇ ਰੱਖਿਆ ਸੀ ਵੀ ਮੈਂ ਕੱਲ ਸਵੇਰੇ ਕਾਲ ਚਲਾਣਾ ਕਰ ਜਾਣਾ, ਬੂਹਾ ਖੁੱਲ੍ਹਾ ਰੱਖੋ, ਮੇਰਾ ਗੁਰੂ ਆਊਗਾ, ਗੁਰੂ ਤੇਗ ਬਹਾਦਰ ਪਾਤਸ਼ਾਹ ਜੀ। ਕਹਿੰਦੇ ਅੰਮ੍ਰਿਤ ਵੇਲੇ ਜਦੋਂ ਪਹੁੰਚੇ ਕਹਿੰਦੇ ਗੋਦ ਦੇ ਵਿੱਚ, ਬੁੱਕਲ ਦੇ ਵਿੱਚ ਸਿਰ ਰੱਖਿਆ। ਕਹਿੰਦੇ ਕਹਿਣ ਲੱਗੇ ਭਾਈ ਮੁਗਲੂ ਤੂੰ ਸਾਡੇ ਨਾਲ ਵਾਅਦਾ ਕੀਤਾ ਸੀ, ਅਸੀਂ ਪਹੁੰਚ ਗਏ, ਤੇਰਾ ਹੁਣ ਅੰਤਲਾ ਸਮਾਂ ਹੈ। ਬਚਨ ਕੀਤਾ, ਮੁਖ ਚੋਂ ਬੋਲਣ ਲੱਗੇ ਬੋਲ ਵਾਹਿਗੁਰੂ, ਬੋਲ ਵਾਹਿਗੁਰੂ। ਕਹਿੰਦੇ ਵਾਹਿਗੁਰੂ ਕਹਿੰਦਿਆਂ ਭਾਈ ਮੁਗਲੂ ਨੇ ਸਵਾਸ ਤਿਆਗ ਦਿੱਤਾ। ਮੈਂ ਵਿਚਾਰ ਕਰ ਰਿਹਾ ਗੁਰੂ ਸਾਹਿਬ ਅਗਲੀਆਂ ਤੁਕਾਂ ਦੇ ਵਿੱਚ ਫਰਮਾਨ ਕਰਨਗੇ ਵੀ ਤੇਰੇ ਨਾਲ ਸਿਰ ਪਰਮਾਤਮਾ ਦਾ ਨਾਮ ਨਿਭਣਾ, ਨਾ ਘਰ ਨੇ ਜਾਣਾ, ਨਾ ਧੀਆਂ ਪੁੱਤਰਾਂ ਰਿਸ਼ਤੇਦਾਰ ਮਿੱਤਰਾਂ ਨੇ, ਨਾ ਹੀ ਘਰ ਪਤੀ ਇਸਤਰੀ ਨੇ ਜਾਣਾ, ਤੇਰੇ ਨਾਲ ਕੁਛ ਨਹੀਂ ਜਾਣਾ, ਜਾਣਾ ਤੇ ਇੱਕ ਨਾਮ ਹੈ।
ਗੁਰੂ ਸਾਹਿਬ ਕਿਤੇ ਢਹਿੰਦੀ ਕਲਾ ਦੇ ਵਿੱਚ ਨਹੀਂ ਲੈ ਕੇ ਜਾਂਦਾ। ਅਖੀਰਲੀ ਤੁਕ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਸਾਨੂੰ ਹੌਸਲਾ ਦਿੰਦੇ ਨੇ ਵੀ ਹੇ ਜਗਿਆਸੂ, ਹੇ ਜੀਵ, ਤੂੰ ਢਹਿੰਦੀ ਕਲਾ ਦੇ ਵਿੱਚ ਨਾ ਜਾ, ਪਰਮਾਤਮਾ ਤੇਰੇ ਨਾਲ ਖੜਾ ਹੋਊਗਾ। ਕਿਉਂ? ਉਹ ਮੋਇਆਂ ਦਾ ਵੀ ਸਾਥ ਨਿਭਾਉਂਦਾ ਹੈ। ਅੱਗੇ ਫਿਰ ਸਤਿਗੁਰੂ ਜੀ ਬਚਨ ਕਰਦੇ ਨੇ ਵੀ ਤਨ ਤੇ ਪ੍ਰਾਨ ਹੋਤ ਜਬ ਨਿਆਰੇ, ਤੇਰਤ ਪ੍ਰੇਤ ਪੁਕਾਰ, ਆਦ ਘਰੀ ਕੂ ਨਾ ਰਾਖੇ ਕਰਤੇ ਦੇਤ ਨਿਕਾਰ। ਕਿਉਂ? ਸਾਰੀ ਅਗਲਾ ਜਿਹੜਾ ਸ਼ਬਦ ਹੈ ਸਤਿਗੁਰਾਂ ਦਾ, ਜਿਹਦੀ ਆਪਾਂ ਕੱਲ ਵਿਚਾਰ ਕਰਨੀ ਹੈ, ਜਗਤ ਮੈਂ ਝੂਠੀ ਦੇਖੀ ਪ੍ਰੀਤ, ਇਹ ਸਾਰੀ ਝੂਠੀ ਪ੍ਰੀਤ ਹੈ, ਕੋਈ ਨਾਲ ਨਹੀਂ ਨਿਭਦਾ। ਅੱਗੇ ਫਿਰ ਸਤਿਗੁਰੂ ਜੀ ਬਚਨ ਕਰਦੇ ਨੇ, ਮਿਰਗ ਤ੍ਰਿਸ਼ਨਾ ਜਿਉ ਜਗ ਰਚਨਾ, ਯਹ ਦੇਖੋ ਹਿਰਦੇ ਵਿਚਾਰ। ਕਹਿੰਦੇ ਵਿਚਾਰ ਕਰਕੇ ਦੇਖੋ ਆਪਣੇ ਮਨ ਦੇ ਵਿੱਚ, ਇਹ ਜਿਹੜਾ ਜੀਵਨ ਹੈ, ਆਪਾਂ ਨੇ ਪਹਿਲਾਂ ਵੀ ਇੱਕ ਦਿਨ ਵਿਚਾਰ ਕੀਤੀ ਸੀ ਵੀ ਇਹ ਠੱਗ ਨੀਰ ਆ। ਮਿਰਗ ਤ੍ਰਿਸ਼ਨਾ ਜਿਹਨੂੰ ਆਪਾਂ ਕਹਿੰਦੇ ਆ, ਜੀਵਨ ਇਸ ਤਰ੍ਹਾਂ ਹੈ ਜਿਸ ਤਰ੍ਹਾਂ ਮਿਰਗ ਦੀ ਤ੍ਰਿਸ਼ਨਾ। ਕਿਉਂ? ਮਿਰਗ ਤ੍ਰਿਸ਼ਨਾ ਜਿਹੜੀ ਹੈ, ਰਾਜਸਥਾਨ ਦੇ ਇਲਾਕੇ ਦੇ ਅੰਦਰ ਜਾਂ ਰਤੀਲੇ ਇਲਾਕੇ ਦੇ ਵਿੱਚ ਮਿਰਗ ਨੂੰ ਜਦੋਂ ਪਾਣੀ ਦੀ ਤ੍ਰੇਹ ਲੱਗਦੀ ਹੈ, ਉਹ ਪਾਣੀ ਨੂੰ ਪੀਣ ਵਾਸਤੇ, ਆਪਣੀ ਪਿਆਸ ਨੂੰ ਬੁਝਾਉਣ ਵਾਸਤੇ ਚਮਕਦੀ ਹੋਈ ਰੇਤ ਉਹਨੂੰ ਪਾਣੀ ਦਾ ਭੁਲੇਖਾ ਪਾਉਂਦੀ ਹੈ। ਕਹਿੰਦੇ ਉਹ ਭੱਜਦਾ ਪਾਣੀ ਪੀਣ ਵਾਸਤੇ, ਜਦੋਂ ਦੂਰ ਨਜ਼ਰ ਆਉਂਦਾ ਵੀ ਪਾਣੀ ਹੈ, ਪਰ ਜਦੋਂ ਉੱਥੇ ਪਹੁੰਚਦਾ ਪਾਣੀ ਨਹੀਂ, ਫਿਰ ਅੱਗੇ ਉਹੀ ਰੇਤ ਚਮਕਦੀ ਹੋਈ ਨਜ਼ਰ ਆਉਂਦੀ ਹੈ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਕਹਿੰਦੇ ਬੰਦੇ ਦਾ ਜੀਵਨ ਵੀ ਇਸ ਤਰ੍ਹਾਂ ਹੀ ਹੈ। ਕਿਉਂ? ਬੰਦਾ ਕਦੇ ਕੁਛ ਬਣਾਉਂਦਾ, ਕਦੇ ਕੁਛ ਬਣਾਉਂਦਾ, ਬੰਦੇ ਦੇ ਅੰਦਰ ਵੀ ਲਾਲਸਾਵਾਂ ਨੇ, ਉਹਦੀ ਵੀ ਪਿਆਸ ਨਹੀਂ ਬੁਝਦੀ। ਅੰਤ ਨੂੰ ਫਿਰ ਸਤਿਗੁਰੂ ਜੀ ਬਚਨ ਕਰਦੇ ਨੇ ਵੀ ਬੰਦੇ ਦਾ ਜੀਵਨ ਵੀ ਮਿਰਗ ਤ੍ਰਿਸ਼ਨਾ ਦੀ ਤਰ੍ਹਾਂ ਹੈ, ਠੱਗ ਨੀਰਾ ਹੈ। ਜਿਸ ਤਰ੍ਹਾਂ ਉਹ ਪੂਰਾ ਦਿਨ ਦੌੜਦਾ ਰਹਿੰਦਾ, ਉਹਨੂੰ ਪਾਣੀ ਨਹੀਂ ਮਿਲਦਾ, ਸਿਰਫ ਚਮਕਦੀ ਹੋਈ ਰੇਤ ਭੁਲੇਖਾ ਪਾਉਂਦੀ ਹੈ। ਬੰਦੇ ਨੂੰ ਵੀ ਇਹੀ ਭੁਲੇਖਾ ਵੀ ਸ਼ਾਇਦ ਧੀਆਂ ਪੁੱਤਰ ਘਰ-ਵਾਰ ਧਨ ਦੌਲਤ ਮੇਰੇ ਨਾਲ ਜਾਣ। ਕਹਿੰਦੇ ਅੰਤ ਨੂੰ ਜਦੋਂ ਦਿਨ ਛਿਪ ਜਾਂਦਾ, ਰੇਤ ਵੀ ਚਮਕਣੀ ਬੰਦ ਹੋ ਜਾਂਦੀ ਹੈ, ਮਿਰਗ ਵੀ ਹੱਫ ਕੇ ਕਹਿੰਦੇ ਡਿੱਗ ਜਾਂਦਾ, ਉਹਦੀ ਮੌਤ ਹੋ ਜਾਂਦੀ ਹੈ। ਬੰਦੇ ਦਾ ਵੀ ਇਹੀ ਹਾਲ ਹੈ। ਗੁਰੂ ਸਾਹਿਬ ਫਰਮਾਨ ਕਰਦੇ ਨੇ, ਮਿਰਗ ਤ੍ਰਿਸ਼ਨਾ ਜਿਉ ਜਗ ਰਚਨਾ, ਜਹ ਦੇਖਿਓ ਹਿਰਦੈ ਵਿਚਾਰ। ਵਿਚਾਰ ਕਰਕੇ ਦੇਖੀ, ਆਪਾਂ ਤੋਂ ਪਹਿਲਾਂ ਕਿੰਨੇ ਚਲੇ ਗਏ, ਕੋਈ ਨਾਲ ਲੈ ਕੇ ਗਿਆ? ਕੋਈ ਨਹੀਂ ਲੈ ਕੇ ਗਿਆ। ਫਿਰ ਸਤਿਗੁਰੂ ਜੀ ਕਹਿੰਦੇ ਇੱਕ ਕੰਮ ਕਰ, ਕਹੋ ਨਾਨਕ ਭਜ ਰਾਮ ਨਾਮ, ਨਿਤ ਜਾਂਤੇ ਹੋ ਤੂੰ ਉਧਾਰ। ਕਹਿੰਦੇ ਫਿਰ ਇੱਕ ਕੰਮ ਕਰ, ਉਸ ਪਰਮਾਤਮਾ ਦੇ ਨਾਮ ਨੂੰ ਜਪਣਾ ਕਰ, ਜਿਹਦੇ ਨਾਲ ਤੇਰਾ ਜਿਉਂਦੇ ਜੀ ਉਧਾਰ ਹੋ ਜਾਵੇਗਾ, ਤੂੰ ਮੁਕਤ ਹੋ ਜਾਵੇਂਗਾ। ਕਹੋ ਨਾਨਕ ਭਜ ਰਾਮ ਨਾਮ, ਨਿਤ ਜਾਂਤੇ ਹੋਤ ਉਧਾਰ। ਤੂੰ ਨਿਤਾ ਪ੍ਰਤੀ ਉਸ ਪਰਮਾਤਮਾ ਦਾ ਨਾਮ ਜਪ, ਜਿਹਨੇ ਤੇਰਾ ਉਧਾਰ ਕਰਨਾ ਹੈ। ਕਿਉਂ? ਇਹ ਸਰੀਰ ਹੈ ਜਿਹੜਾ ਪਾਣੀ ਤੇ ਅੰਨ ਦੇ ਨਾਲ ਚੱਲਦਾ ਹੈ। ਜਿਸ ਦਿਨ ਇਹ ਖਤਮ ਹੋ ਗਿਆ, ਉਸ ਦਿਨ ਭੈਣ ਭਰਾਵਾਂ ਨੇ ਤੈਨੂੰ ਬੰਨਣਾ ਤੇ ਅੱਗੇ ਧੱਕ ਦੇਣਾ ਹੈ। ਬਾਬਾ ਫਰੀਦ ਜੀ ਬਚਨ ਕਰਦੇ ਨੇ, 3.5 ਮਣ ਜੋਹਰੀ, ਚੱਲੀ ਪਾਣੀ ਅੰਨ, ਆਇਆ ਬੰਦਾ ਦੁਨੀ ਵਿੱਚ, ਬੱਤ ਅਸੂਣੀ ਬੰਨ। ਕਈ ਆਸਾਵਾਂ ਲੈ ਕੇ ਆਉਂਦਾ, ਪਰ ਉਹ ਆਸਾਵਾਂ ਅਧੂਰੀਆਂ ਰਹਿ ਜਾਂਦੀਆਂ ਨੇ। ਸਾਡੀਆਂ ਵੀ ਆਸਾਂ ਨੇ, ਅਸੀਂ ਆਹ ਕਰ ਜੀਏ ਬੱਚਿਆਂ ਵਾਸਤੇ, ਅਸੀਂ ਆਹ ਕਰ ਜੀਏ, ਪਰ ਆਸਾਂ ਨੇ ਕਦੇ ਪੂਰੀਆਂ ਨਹੀਂ ਹੁੰਦੀਆਂ। ਅਸੀਂ ਵੀ ਕਹਿੰਦੇ ਹਾਂ ਸਾਰਾ ਕੁਝ ਬਣਾ ਕੇ ਚਲੇ ਜਾਈਏ। ਫਰੀਦ ਸਾਹਿਬ ਕਹਿੰਦੇ ਇਹ ਸਰੀਰ ਪਾਣੀ ਤੇ ਅੰਨ ਦੇ ਸਹਾਰੇ ਚੱਲਦਾ ਹੈ। 3.5 ਮਣ ਜੋਹਰੀ, ਚੱਲ ਪਾਣੀ ਅੰਨ, ਆਇਓ ਬੰਦਾ ਦੁਨੀ ਵਿੱਚ, ਬੱਤ ਅਸੂਣੀ ਬੰਨ, ਮਲ ਕਲ ਮੌਤ ਜਾਂ ਆਵਸੀ। ਜਦੋਂ ਮੌਤ ਦਾ ਫਰਿਸ਼ਤਾ ਤੇਰੇ ਉੱਪਰ ਆ ਕੇ ਖੜਾ ਹੋ ਜਾਣਾ, ਸਤਿਗੁਰੂ ਜੀ ਕਹਿੰਦੇ ਸਭ ਦਰਵਾਜ਼ੇ ਭੰਨ। ਇੱਥੇ ਲੱਕੜ ਦੇ ਦਰਵਾਜ਼ੇ ਦੀ ਗੱਲ ਨਹੀਂ ਕੀਤੀ, ਜੇ ਬੰਦਾ ਮਰ ਜੇ ਉਹ ਤਾਂ ਖੁੱਲਦਾ ਹੀ ਨਹੀਂ ਛੇਤੀ। ਇੱਥੇ ਗੱਲ ਕੀਤੀ ਆ ਉਹ ਦਰਵਾਜ਼ਿਆਂ ਦੀ ਜਿਹੜੇ ਸਾਡੀ ਆਸ ਦੇ ਦਰਵਾਜ਼ੇ ਨੇ। ਅਸੀਂ ਧਨ ਦੇ ਦਰਵਾਜ਼ੇ ਬਣਾਏ ਨੇ, ਅਸੀਂ ਸਤਿਗੁਰੂ ਜੀ ਕਹਿੰਦੇ ਆਸਾ ਦੇ ਦਰਵਾਜ਼ੇ ਜਿਹੜੇ ਬਣਾ ਕੇ ਬੈਠੇ ਆ, ਅਸੀਂ ਹੰਕਾਰ ਦੇ ਦਰਵਾਜ਼ੇ ਬਣਾ ਕੇ ਬੈਠੇ ਆ, ਅਸੀਂ ਆਪਣੀ ਵਿਦਵਾਨੀ ਵਿਦਵਤਾ ਦੇ ਦਰਵਾਜ਼ੇ ਬਣਾ ਕੇ ਬੈਠੇ ਆ। ਕਹਿੰਦੇ ਸਾਰੇ ਦਰਵਾਜ਼ੇ ਭੰਨ ਕੇ ਲੈ ਜਾਂਦੀ ਹੈ। ਕਿਉਂ? ਸਤਿਗੁਰੂ ਜੀ ਕਹਿੰਦੇ ਮਲ ਕਲ ਮੌਤ ਜਾਂ ਆਵਸੀ, ਸਭ ਦਰਵਾਜ਼ੇ ਭੰਨ, ਤਿੰਨਾਂ ਪਿਆਰਿਆਂ ਭਾਈਆਂ। ਉੱਥੇ ਫਿਰ ਸਕੇ ਭਾਈ ਕੰਮ ਆਉਂਦੇ ਨੇ। ਸਤਿਗੁਰੂ ਜੀ ਕਹਿੰਦੇ ਅੱਗੇ ਦੇਹੋ ਬੰਨ,
ਕਹਿੰਦੇ ਅੱਗੇ ਬੰਨ੍ਹ ਕੇ ਲੈ ਜਾਂਦੇ ਨੇ। ਕਈ ਵਾਰ ਆਪਾਂ ਦੇਖਦੇ ਹਾਂ ਜਦੋਂ ਮੁਰਦੇ ਸਰੀਰ ਨੂੰ ਫੱਟੇ ਤੇ ਪਾਇਆ ਜਾਂਦਾ ਹੈ, ਉਹੀ ਕਫਨ ਨੂੰ ਪਾਟ ਕੇ ਉਹਨੂੰ ਬੰਨ੍ਹ ਦਿੱਤਾ ਜਾਂਦਾ ਵੀ ਕਿਤੇ ਡਿੱਗ ਨਾ ਪਵੇ। ਬਾਬਾ ਫਰੀਦ ਜੀ ਫਰਮਾਨ ਕਰਦੇ ਨੇ, ਤਿੰਨਾਂ ਪਿਆਰਿਆਂ ਭਾਈਆਂ ਅੱਗੇ ਦੇਹੋ ਬੰਨ, ਵੇਖੋ ਬੰਦਾ ਚੱਲਿਆ ਚੌਂ ਜਾਣਿਆਂ ਦੇ ਕੰਨ। ਦੇਖੋ ਬੰਦਾ ਚੱਲਿਆ ਚੌਂ ਜਾਣਿਆਂ ਦੇ ਕੰਨ। ਇੱਥੇ ਕੰਨ ਸ਼ਬਦ ਹੈ, ਕਈ ਵਾਰ ਆਪਾਂ ਕੰਨ ਪੜ੍ਹਦੇ ਆ, ਇੱਥੇ ਕੰਨ ਭਾਵ ਕੰਧਿਆਂ ਦੇ ਉੱਪਰ ਚੱਲਿਆ। ਸਤਿਗੁਰੂ ਜੀ ਕਹਿੰਦੇ, ਫਿਰ ਬਾਬਾ ਫਰੀਦ ਜੀ ਕਹਿੰਦੇ, ਜੇ ਤੂੰ ਕਿਤੇ ਕੰਮ ਕੀਤਾ ਹੁੰਦਾ ਪਰਮਾਤਮਾ ਦੇ ਨਾਮ ਨੂੰ ਜਪਣ ਦਾ, ਫਰੀਦਾ ਆਮਲ ਜੇ ਕੀਤੇ ਦੁਨੀ ਸਿਓ, ਤਾਂ ਦਰਗਾਹ ਆਇਓ ਕੰਮ। ਜੇ ਉਹ ਦਰਗਾਹ ਦੇ ਵਿੱਚ ਕੰਮ ਆਉਂਦੇ ਨੇ, ਜੇ ਕਿਤੇ ਨਾਮ ਜਪਿਆ ਹੁੰਦਾ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਮੈਂ ਇਹ ਸ਼ਲੋਕ ਕਹਿ ਕੇ ਸਮਾਪਤੀ ਕਰਾਂ, ਕਿਉਂ ਸਤਿਗੁਰਾਂ ਦੇ ਬਚਨ ਨੇ, ਰਾਮ ਨਾਮ ਉਰ ਮਹਿ ਗਿਓ, ਜਾ ਕੈ ਸਮ ਨਹੀਂ ਕੋਏ, ਜਹ ਸਿਮਰਤ ਸੰਕਟ ਮਿਟੈ, ਦਰਸ ਤੁਹਾਰੋ ਹੋਏ। ਇਹ ਪਰਮਾਤਮਾ ਦਾ ਨਾਮ ਹੈ, ਜਿਹਨੂੰ ਹਿਰਦੇ ਦੇ ਵਿੱਚ ਵਸਾ ਲੈ, ਤੇਰੇ ਸਾਰੇ ਦੁੱਖ ਕਲੇਸ਼ ਧਾਰੀਆਂ ਸਾਰੀਆਂ ਖੁਆਇਸ਼ਾਂ ਆਸਾਵਾਂ ਪੂਰੀਆਂ ਹੋ ਜਾਣਗੀਆਂ, ਨਾਲੇ ਤੂੰ ਇਸ ਸੰਸਾਰ ਤੋਂ ਮੁਕਤ ਹੋ ਕੇ ਜਾਵੇਂਗਾ। ਇਹ ਸਤਿਗੁਰਾਂ ਦਾ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਸ਼ਬਦ ਸੀ, ਜਿਸ ਦੀ ਆਪਾਂ ਨੇ ਵਿਚਾਰ ਕੀਤੀ ਹੈ। ਆਪਾਂ ਵੀ ਅਰਦਾਸ ਕਰੀਏ, ਆਪਾਂ ਵੀ ਜੀਂਦੇ ਜੀ ਮੁਕਤ ਹੋ ਕੇ ਜਾਈਏ। ਜੇ ਨਾਮ ਜਪਾਂਗੇ, ਗੁਰੂ ਦੇ ਚਰਨਾਂ ਦਾ ਧਿਆਨ ਧਰਾਂਗੇ, ਆਪਣਾ ਆਪ ਗੁਰੂ ਨੂੰ ਭੇਟ ਕਰਾਂਗੇ, ਨਹੀਂ ਤਾਂ ਇਸਾਵਾਂ ਨਹੀਂ ਮੁੱਕਣੀਆਂ। ਕਿਸੇ ਨੇ ਅੱਧੀ ਘੜੀ ਸਾਨੂੰ ਰੱਖਣਾ ਨਹੀਂ। ਜਿੰਨਾ ਮਰਜ਼ੀ ਧਨ ਦੌਲਤ ਜੋੜੀਏ, ਸਮਾਂ ਕੱਢੀਏ, ਗੁਰੂ ਦਰ ਤੇ ਆਈਏ, ਕੀਰਤਨ ਦੀ, ਕਥਾ ਦੀ, ਵਿਚਾਰ ਦੀ, ਗੁਰਬਾਣੀ ਪੜ੍ਹਨ ਦੀ, ਸੁਣਨ ਦੀ ਜ਼ਰੂਰ ਹਾਜ਼ਰੀ ਭਰੀਏ, ਤਾਂ ਕਿ ਸਾਡੇ ਦੁੱਖ ਕਲੇਸ਼ ਕੱਟੇ ਜਾਣ। ਸੋ ਆਓ ਕਥਾ ਵਿਚਾਰ ਕਰਦੇ ਹਾਂ। ਬੇਅੰਤ ਭੁੱਲਾਂ ਹੋਈਆਂ ਨੇ, ਸਾਧ ਸੰਗਤ ਬਖਸ਼ਣ ਯੋਗ ਹੈ। ਗੁਰੂ ਸਾਹਿਬ ਸਮਰੱਥ ਕਿਰਪਾ ਕਰ, ਇਸੇ ਤਰ੍ਹਾਂ ਹੀ ਕਥਾ ਵਿਚਾਰ ਕਰਨ ਦੀ ਸੋਝੀ ਬਖਸ਼ਣ, ਹੋਈਆਂ ਭੁੱਲਾਂ ਦੀ ਖੇਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।